ਪ੍ਰਾਪਤ ਕੀਤਾ ਹੈ। ਲੜੀਵਾਰ ਗੁਰਬਾਣੀ ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਣ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਸਾਂਝ ਪਾਉਣ ਲਈ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਸਮਰੱਥ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਸਭਨਾਂ ਦੀਆਂ ਹਾਜ਼ਰੀਆਂ ਸਮਰੱਥ ਸਤਿਗੁਰੂ ਜੀ ਦੇ ਚਰਨਾਂ ਵਿੱਚ ਲੱਗ ਜਾਣ। ਧੰਨ ਗੁਰੂ ਨਾਨਕ ਸਾਹਿਬ ਜੀ ਅੰਮ੍ਰਿਤਮਈ ਬਚਨਾਂ ਦੇ ਦੁਆਰਾ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਜਪ ਜੀ ਸਾਹਿਬ ਆਖਣ ਜ਼ੋਰ ਚੁਪੈ ਨਹਿ ਜ਼ੋਰ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਵੱਲੋਂ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਜਪ ਜੀ ਸਾਹਿਬ, ਜਿਸ ਵਿੱਚੋਂ 33 ਨੰਬਰ ਪੌੜੀ ਦਾ ਪਾਠ ਅੱਜ ਆਪ ਜੀ ਨੇ ਸਰਵਣ ਕੀਤਾ ਹੈ, ਜਿਹਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਾਨੂੰ ਉਸ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀ ਦੇ ਨਾਲ ਜੋੜਦਿਆਂ ਸਮਝਾਉਣ ਦਾ ਯਤਨ ਕਰਦੇ ਨੇ ਕਿ ਉਸ ਮਾਲਕ ਦੇ ਹੁਕਮ ਵਿੱਚ, ਉਹਦੇ ਭੈ ਦੇ ਵਿੱਚ ਚੱਲਣ ਦਾ ਯਤਨ ਕਰਾਂਗੇ ਤੇ ਇਹ ਸਾਡਾ ਮਨੁੱਖਾ ਜਨਮ ਸਫਲ ਹੋ ਜਾਏਗਾ। ਜਾਂ ਇਸ ਤਰ੍ਹਾਂ ਵਿਚਾਰ ਨੂੰ ਆਰੰਭਣ ਦਾ ਯਤਨ ਕਰਾਂ ਕਿ ਇਸ ਜਗਤ ਦੇ ਅੰਦਰ ਦੋ ਤਰ੍ਹਾਂ ਦੇ ਪ੍ਰਾਣੀ ਨੇ। ਇੱਕ ਨੂੰ ਅਸੀਂ ਆਸਤਕ ਕਹਿੰਦੇ ਹਾਂ, ਇੱਕ ਨੂੰ ਅਸੀਂ ਨਾਸਤਕ ਕਹਿੰਦੇ ਹਾਂ। ਇੱਕ ਗੁਰਮੁਖ ਹੈ ਔਰ ਇੱਕ ਮਨਮੁਖ ਹੈ। ਇੱਕ ਨਿਮਰਤਾ ਤੇ ਪਿਆਰ ਵਾਲਾ ਜੀਵਨ ਜਿਉਣ ਵਾਲਾ ਤੇ ਇੱਕ ਹੰਕਾਰ ਨਾਲ ਭਰਿਆ ਜੀਵਨ ਜਿਉਣ ਵਾਲਾ। ਇੱਕ ਸੰਸਾਰੀ ਹੈ ਔਰ ਇੱਕ ਭਗਤ ਹੈ। ਇਹ ਦੋ ਜੀਵਨ ਸਾਨੂੰ ਸੰਸਾਰ ਦੇ ਵਿੱਚ ਮਿਲਣਗੇ ਤੇ ਦੋਵਾਂ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਜਿਹੜਾ ਸੰਸਾਰੀ ਹੈ ਉਹਦੇ ਮਨ ਦੇ ਵਿੱਚ ਇੱਕ ਬਹੁਤ ਵੱਡਾ ਭਰਮ ਹੁੰਦਾ ਹੈ ਕਿ ਇਹ ਜ਼ਿੰਦਗੀ ਮੇਰੀ ਹੈ, ਮੈਂ ਇਹਨੂੰ ਜੀ ਰਿਹਾ ਹਾਂ ਔਰ ਜਿਸ ਤਰ੍ਹਾਂ ਮੈਂ ਚਾਹਾਂਗਾ ਉਸੇ ਤਰ੍ਹਾਂ ਹੀ ਹੋਵੇਗਾ। ਤੇ ਜਿਹੜੀ ਮੇਰੇ ਕੋਲ ਪਾਵਰ ਹੈ, ਮੈਂ ਆਪਣੀ ਪਾਵਰ ਦੇ ਨਾਲ ਦੁਨੀਆ ਉੱਤੇ ਆਪਣਾ ਜ਼ੋਰ ਚਲਾਵਾਂਗਾ ਔਰ ਦੁਨੀਆ ਨੂੰ ਦਿਖਾਵਾਂਗਾ ਕਿ ਮੇਰੇ ਵਿੱਚ ਕਿੰਨਾ ਬਲ ਤੇ ਕਿੰਨਾ ਜ਼ੋਰ ਹੈ। ਪਰ ਜਿਹੜੇ ਰੱਬ ਦੇ ਪਿਆਰੇ ਭਗਤ ਜਨ, ਗੁਰਮੁਖ ਜਨ ਨੇ, ਉਹ ਆਪਣੇ ਹਉਮੈ ਦਾ ਪ੍ਰਗਟਾਵਾ ਨਹੀਂ ਕਰਦੇ। ਉਹ ਨਾ ਆਪਣੇ ਜ਼ੋਰ ਨਾ ਆਪਣੀ ਤਾਕਤ ਦੁਨੀਆ ਨੂੰ ਦਿਖਾਉਂਦੇ ਨੇ। ਉਹ ਤਾਂ ਇਹ ਸੋਚਦੇ ਨੇ ਕਿ ਸਾਰਾ ਬਲ ਤਾਕਤ ਉਸ ਪਰਮੇਸ਼ਵਰ ਦੇ ਹੱਥ ਹੈ। ਤੇ ਜਿਹੜਾ ਇਹ ਸੋਚਦਾ ਹੈ ਕਿ ਮੇਰੇ ਕੋਲ ਇੰਨੀ ਪਾਵਰ ਹੈ, ਮੈਂ ਇੰਨੀ ਤਾਕਤ ਵਾਲਾ ਹਾਂ, ਮੈਂ ਆਪਣੇ ਜ਼ੋਰ ਨਾਲ ਆਹ ਕੁਛ ਕਰ ਸਕਦਾ ਹਾਂ, ਉਹ ਪਰਮੇਸ਼ਵਰ ਦੇ ਨਾਲੋਂ ਉਹਦੀ ਸਾਂਝ ਟੁੱਟੀ ਹੋਈ ਹੈ।
ਜਿਹੜਾ ਉਹਦੇ ਹੁਕਮ ਉਹਦੇ ਭੈ ਵਿੱਚ ਚੱਲ ਕੇ ਕਹਿੰਦਾ ਮਾਲਕ ਜੀ ਮੇਰੇ ਵਿੱਚ ਕੋਈ ਜ਼ੋਰ ਨਹੀਂ, ਮੇਰੇ ਵਿੱਚ ਕੋਈ ਬਲ ਨਹੀਂ, ਇਹ ਸਭ ਤਾਣ ਇਹ ਬਲ ਤੁਹਾਡਾ ਬਖਸ਼ਿਆ ਹੋਇਆ ਹੈ। ਉਹ ਫਿਰ ਉਸ ਮਾਲਕ ਦੇ ਨਾਲ ਉਹਦੀ ਸਾਂਝ ਪਈ ਹੈ, ਉਹ ਪਰਮੇਸ਼ਵਰ ਦੇ ਹੁਕਮ ਵਿੱਚ ਚੱਲਦਾ ਹੈ। ਫਿਰ ਉਹ ਕਿਸੇ ਦੇ ਉੱਤੇ ਕੋਈ ਜ਼ੁਲਮ ਨਹੀਂ ਕਰਦਾ, ਪਾਪ ਨਹੀਂ ਹੁੰਦਾ ਉਹਦੇ ਕੋਲੋਂ, ਕਿਸੇ ਨਾਲ ਧੱਕਾ ਨਹੀਂ ਹੁੰਦਾ। ਪਰ ਜਿਹਨੂੰ ਹੰਕਾਰ ਅੰਦਰ ਹੰਕਾਰ ਦਾ ਮਾਣ ਹੋਵੇ ਕਿ ਮੇਰੇ ਵਿੱਚ ਬੜਾ ਬਲ ਹੈ, ਤਾਕਤ ਹੈ, ਉਹ ਅਕਸਰ ਤੁਹਾਨੂੰ ਜ਼ੁਲਮ ਕਰਦਾ, ਧੱਕਾ ਕਰਦਾ, ਗਰੀਬ ਮਾਰ ਕਰਦਿਆਂ ਤੁਹਾਨੂੰ ਸੰਸਾਰ ਵਿੱਚ ਨਜ਼ਰ ਆਏਗਾ, ਕਿਉਂਕਿ ਉਹ ਪਰਮੇਸ਼ਵਰ ਦੇ ਨਾਲੋਂ ਉਹਦੀ ਸਾਂਝ ਟੁੱਟ ਗਈ ਹੈ। ਤੇ ਦੋਵਾਂ ਦੀ ਹਾਲਤ ਇਹ ਅਸੀਂ ਵੇਖਦੇ ਹਾਂ ਕਿ ਇੱਕ ਸੱਚ ਦੇ ਰਾਹ ਤੇ ਤੁਰਦਾ ਹੈ, ਇੱਕ ਝੂਠ ਦੇ ਰਾਹ ਤੇ ਤੁਰਦਾ ਹੈ। ਤੇ ਸੱਚ ਔਰ ਝੂਠ ਦੇ ਰਾਹ ਤੇ ਤੁਰਨ ਵਾਲਿਆਂ ਦਾ ਆਪਸੀ ਮੇਲ ਕਦੇ ਨਹੀਂ ਹੁੰਦਾ, ਕਿਉਂਕਿ ਝੂਠ ਦਾ ਰਸਤਾ ਹੋਰ ਹੈ, ਸੱਚ ਦਾ ਰਸਤਾ ਹੋਰ ਹੈ। ਸੰਸਾਰੀ ਦਾ ਤੇ ਭਗਤ ਜਨ ਦਾ ਕਦੇ ਸੁਮੇਲ ਨਹੀਂ ਹੁੰਦਾ, ਕਿਉਂਕਿ ਭਗਤੀ ਦਾ ਰਸਤਾ ਹੋਰ ਹੈ, ਸੰਸਾਰੀ ਦਾ ਰਸਤਾ ਹੋਰ ਹੈ। ਇਸੇ ਤਰ੍ਹਾਂ ਨਿਮਰਤਾ ਵਾਲੇ ਤੇ ਪਿਆਰ ਵਾਲੇ ਜੀਵਨ ਜਿਉਣ ਵਾਲਿਆਂ ਦਾ ਤੇ ਹੰਕਾਰ ਨਾਲ ਭਰਿਆਂ ਦਾ ਜੀਵਨ ਜਿਉਣ ਵਾਲਿਆਂ ਦਾ ਕਦੇ ਆਪਸ ਵਿੱਚ ਸੁਮੇਲ ਨਹੀਂ ਹੋ ਸਕਦਾ, ਕਿਉਂਕਿ ਹੰਕਾਰੀ ਦਾ ਰਸਤਾ ਹੋਰ ਹੈ, ਨਿਮਰਤਾ ਵਾਲੇ ਦਾ ਰਸਤਾ ਹੋਰ ਹੈ। ਇਹ ਦੋ ਤੱਕ ਜੀਵਨ ਸਾਨੂੰ ਦੁਨੀਆ ਵਿੱਚ ਵੇਖਣ ਨੂੰ ਮਿਲਦੇ ਨੇ, ਪਰ ਦੋਵਾਂ ਦਾ ਤੱਤ ਗੁਰੂ ਸਾਹਿਬ ਨੇ ਕੱਢਿਆ ਕਿ ਭਗਤਾਂ ਤੈ ਸਹਿ ਸਾਰੀਆਂ ਜੋੜ ਕਦੇ ਨਾ ਆਇਆ। ਇਹਨਾਂ ਦਾ ਆਪਸੀ ਜੋੜ ਤਾਲਮੇਲ, ਵਿਚਾਰਾਂ ਦਾ ਤਾਲਮੇਲ ਕਦੇ ਨਹੀਂ ਹੋ ਸਕਦਾ, ਕਿਉਂਕਿ ਸੰਸਾਰੀ ਨੇ ਆਪਣੇ ਰਾਹ ਤੁਰਨਾ, ਭਗਤ ਨੇ ਆਪਣੇ ਰਾਹ। ਇੱਕ ਨੇ ਕਹਿਣਾ ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ, ਤੇ ਦੂਜੇ ਨੇ ਕਹਿਣਾ ਮੈਂ ਹੀ ਮੈਂ ਹੀ ਮੈਂ, ਇਹ ਸਭ ਕੁਝ ਮੇਰਾ ਹੈ, ਮੇਰਾ ਹੀ ਜ਼ੋਰ ਹੈ, ਮੇਰੀ ਤਾਕਤ ਹੈ, ਮੇਰਾ ਹੀ ਬਲ ਹੈ। ਇੱਕ ਨੇ ਕਹਿਣਾ ਅਸਾਂ ਜ਼ੋਰ ਨਾਹੀਂ, ਜੇ ਕਿਛ ਕਰ ਹਮ ਸਾਕੈ, ਜਿਉ ਭਾਵੈ ਤਿਵੇਂ ਬਖਸ਼। ਹੁਣ ਦੋ ਜਿਹੜੇ ਨੇ ਇਹ ਸੰਸਾਰ ਦੇ ਵਿੱਚ ਜੀਵਨ ਦੇਖਣ ਨੂੰ ਜਦੋਂ ਆਮੋ ਸਾਹਮਣੇ ਹੋਣਗੇ ਤੇ ਫਿਰ ਤਕਰਾਰ ਵੀ ਹੁੰਦਾ ਹੈ। ਜੇ ਦੇਖਿਆ ਜਾਏ ਤੇ ਹਰਨਾਕਸ਼ ਤੇ ਪ੍ਰਹਿਲਾਦ ਦਾ ਰਿਸ਼ਤਾ ਪਿਤਾ ਔਰ ਪੁੱਤਰ ਦਾ ਹੈ, ਪਰ ਉਹ ਪਿਤਾ ਤੇ ਪੁੱਤਰ ਦਾ ਰਿਸ਼ਤਾ ਵੀ ਉੱਥੇ ਖਤਮ ਕਰ ਦਿੱਤਾ ਹਰਨਾਕਸ਼ ਨੇ, ਜਦੋਂ ਅੰਦਰ ਹੰਕਾਰ ਦਾ ਬੋਲਬਾਲਾ ਹੋਇਆ ਤੇ ਉਹ ਆਪਣਾ ਜ਼ੋਰ ਦਿਖਾਉਣਾ ਚਾਹੁੰਦਾ ਹੈ, ਉਹ ਆਪਣੀ ਤਾਕਤ ਦਿਖਾਉਣਾ ਚਾਹੁੰਦਾ ਹੈ। ਇੱਕ ਬੇਨਤੀ ਕਰਕੇ ਚੱਲਾਂ, ਅੱਜ ਦਾ ਜਿਹੜਾ ਇਹ ਸ਼ਬਦ, ਅੱਜ ਦੀ ਜਿਹੜੀ ਪੌੜੀ ਦੀ ਵਿਚਾਰ ਨਾਲ ਜੁੜਨਾ ਹੈ, ਇਹ ਗੁਰਮੁਖ ਨਾਲ ਸੰਬੰਧਿਤ ਹੈ। ਇਹ ਅਵਸਥਾ ਹੈ, ਇਹ ਗੁਰਮੁਖ ਦੀ ਅਵਸਥਾ ਹੈ, ਜਿਨੇ ਇੱਕ ਓੰਕਾਰ ਤੋਂ ਬਾਣੀ ਦਾ ਅਭਿਆਸ ਕਰਦਿਆਂ ਹੋਇਆਂ, ਉਹਨੂੰ ਸਮਝਦਿਆਂ ਇਸ ਪੌੜੀ ਦੇ ਪਾਠ ਤੱਕ ਆਉਣਾ ਕੀਤਾ, ਉਹ ਆਪਣੇ ਅੰਦਰ ਮਾਣ ਕਰੇਗਾ ਹੀ ਨਹੀਂ। ਉਹ ਇਹ ਨਹੀਂ ਕਹੇਗਾ ਕਿ ਮੈਂ ਬੋਲਦਾ ਜਾਂ ਮੈਂ ਸੁਣਦਾ, ਮੈਂ ਦੇਖਦਾ, ਮੈਂ ਆਹ ਕਰਦਾ, ਮੈਂ ਉਹ ਕਰਦਾ। ਇੱਥੇ ਆ ਕੇ ਹੰਕਾਰ ਨਹੀਂ ਰਹੇਗਾ, ਇੱਥੇ ਆ ਕੇ ਨਿਰੰਕਾਰ ਦੀ ਬਖਸ਼ਿਸ਼ ਆ ਜਾਏਗੀ। ਪਰ ਅਫਸੋਸ ਇਹ ਹੈ ਕਿ ਅਸੀਂ ਇੱਕ ਦਿਨ ਵਿੱਚ ਇਹ ਜਪਜੀ ਸਾਹਿਬ ਦਾ ਪਾਠ ਪਤਾ ਨਹੀਂ ਕਿੰਨੀ ਵਾਰ ਕਰ ਜਾਂਦੇ ਹਾਂ। ਕਈਆਂ ਦੀ ਕੱਲ ਵੀ ਆਪਾਂ ਇਹੀ ਸਾਂਝ ਪਾਈ ਸੀ ਕਿ ਗਿਣਤੀਆਂ ਦੇ ਚੱਕਰ ਵਿੱਚ ਦੁਨੀਆ ਇੱਕ ਦਿਨ ਵਿੱਚ ਪਤਾ ਨਹੀਂ ਕਿੰਨੇ ਕਿੰਨੇ ਪਾਠ ਜਪਜੀ ਸਾਹਿਬ ਦੇ ਹੋ ਜਾਂਦੇ ਆ। ਪਰ ਇਸ ਅੰਮ੍ਰਿਤਮਈ ਬਾਣੀ ਦਾ ਪਾਠ ਕਰਕੇ ਚਲੋ ਅਸੀਂ 11 ਵਾਰੀ ਕਰ ਲਿਆ, 21 ਵਾਰੀ ਕਰ ਲਿਆ, 51 ਵਾਰੀ ਕਰ ਲਿਆ, ਇੰਨੀ ਵਾਰ ਪਾਠ ਕਰਕੇ ਵੀ ਜੇ ਅੰਦਰੋਂ ਹਉਮੈ ਹੰਕਾਰ ਨਾ ਗਿਆ, ਇੰਨੀ ਵਾਰ ਪਾਠ ਕਰਕੇ ਵੀ ਅੰਦਰੋਂ ਆਵਾਜ਼ ਫਿਰ ਆਵੇ ਕਿ ਮੈਂ ਦੀ ਆਵਾਜ਼ ਆਵੇ ਕਿ ਮੈਂ ਆਹ ਕਰ ਦਿਆਂਗਾ, ਮੈਂ ਉਹ ਕਰ ਦੇ, ਮੇਰੇ ਕੋਲ ਇੰਨਾ ਤਾਣ ਹੈ, ਇੰਨਾ ਜ਼ੋਰ ਹੈ, ਇੰਨਾ ਬਲ ਹੈ, ਫਿਰ ਵੀ ਅਸੀਂ ਜ਼ੁਲਮ ਕਰੀਏ, ਫਿਰ ਵੀ ਅਸੀਂ ਪਾਪ ਜਿਹੜਾ ਉਹ ਕਮਾਈਏ, ਤੇ ਫਿਰ ਸਾਡਾ ਇੱਕ ਵੈਸੇ ਤਾਂ ਇੱਕ ਵਾਰੀ ਕੀਤਾ ਪਾਠ ਹੀ ਸਾਡਾ
ਬਹੁਤ ਸੀ ਜੇ ਅਸੀਂ ਉਹਨੂੰ ਕਿਤੇ ਨਾਲ ਸਮਝ ਕੇ ਚੱਲਦੇ ਤਾਂ। ਇੱਕ ਇੱਕ ਪੌੜੀ ਉੱਤੇ ਅਸੀਂ ਰੁਕ ਕੇ ਉਹਨੂੰ ਸਮਝ ਕੇ ਉਹਦਾ ਰਸ ਲੈ ਕੇ ਚੱਲਦੇ ਤੇ ਫਿਰ ਸਾਡੇ ਜੀਵਨ ਵਿੱਚ ਹੰਕਾਰ ਦੀ ਬੋਲੀ ਹੋਣੀ ਨਹੀਂ ਸੀ। ਤੇ ਜੇ ਅਸੀਂ ਇੱਕ ਦੀ ਜਗ੍ਹਾ ਤੇ 11, 21, 51, 20 ਅਸੀਂ ਕਰ ਲਏ ਤੇ ਬੋਲਦੇ ਫਿਰ ਹੰਕਾਰ ਦੀ ਬੋਲੀਆਂ। ਫਿਰ ਅਸੀਂ ਗਰੀਬ ਮਾਰ ਕਰ ਰਹੇ ਹਾਂ, ਫਿਰ ਅਸੀਂ ਜ਼ੁਲਮ ਕਰ ਰਹੇ ਹਾਂ, ਫਿਰ ਆਪਣਾ ਬਲ, ਆਪਣਾ ਤਾਣ, ਆਪਣੀ ਪਾਵਰ ਦੁਨੀਆ ਨੂੰ ਦਿਖਾ ਰਹੇ ਹਾਂ ਤੇ ਫਿਰ ਮਾਫ ਕਰਨਾ ਕੀ ਲਾਭ ਹੋਇਆ ਅੰਮ੍ਰਿਤ ਬਾਣੀ ਦਾ ਅਭਿਆਸ ਕਰਨ ਦਾ। ਉਹ ਤੇ ਸੀ ਇੱਕ ਜਿਹੜਾ ਉਹ ਰਸਮ ਫਾਰਮੈਲਿਟੀ ਜਿਹੜੀ ਆ ਉਹ ਪੂਰੀ ਕਰ ਦਿੱਤੀ ਵੀ ਹਾਂ ਇੰਨੀ ਵਾਰ ਪਾਠ ਜਿਹੜਾ ਉਹ ਕਰਨਾ। ਮੁਬਾਰਕ ਹੈ ਜਿਹੜੇ ਇੱਕ ਵਾਰ ਇੱਕ ਦਫਾ ਵੀ ਗੁਰਬਾਣੀ ਦਾ ਪਾਠ ਨਹੀਂ ਕਰਦੇ, ਚਲੋ ਕਮ ਸੇ ਕਮ ਉਹ ਅਭਿਆਸ ਤਾਂ ਬਾਣੀ ਦਾ ਕਰਦੇ ਆ, ਪਰ ਉਹਦਾ ਲਾਭ ਕੀ ਹੈ? ਅਸੀਂ ਭੋਜਨ ਖਾਂਦੇ ਹਾਂ, ਭੋਜਨ ਖਾਧਾ ਹੋਇਆ ਜੇ ਨਾ ਪਚੇ, ਜੇ ਨਾ ਸਰੀਰ ਨੂੰ ਤਾਕਤ ਮਿਲੇ ਤੇ ਦੌੜ ਕੇ ਜਾਂਦੇ ਹਾਂ ਡਾਕਟਰ ਕੋਲ। ਅਸੀਂ ਭੱਜੇ ਜਾਂਦੇ ਹਾਂ ਡਾਕਟਰ ਕੋਲ ਵੀ ਡਾਕਟਰ ਸਾਹਿਬ ਮੈਂ ਖਾਂਦਾ ਬਹੁਤ ਹਾਂ ਪਰ ਮੇਰੇ ਸਰੀਰ ਨੂੰ ਖੁਰਾਕ ਲੱਗਦੀ ਨਹੀਂ। ਮੈਂ ਵਧੀਆ ਤੋਂ ਵਧੀਆ ਪੌਸ਼ਟਿਕ ਆਹਾਰ ਵੀ ਮੈਂ ਲੈਣਾ, ਬੜੇ ਵਿਟਾਮਿਨ ਜਿਹੜੇ ਉਹਦੇ ਵਿੱਚ ਹੁੰਦੇ ਆ ਮੈਂ ਉਹ ਵੀ ਭੋਜਨ ਖਾਣਾ, ਪਰ ਮੇਰੇ ਸਰੀਰ ਨੂੰ ਤਾਕਤ ਨਹੀਂ ਮਿਲਦੀ। ਮੈਂ ਫਿਰ ਕਮਜ਼ੋਰ ਹੋ ਰਿਹਾ, ਮੇਰੇ ਭੋਜਨ ਪਚਦਾ ਨਹੀਂ ਹੈ, ਹਜ਼ਮ ਨਹੀਂ ਹੁੰਦਾ। ਅਸੀਂ ਭੱਜੇ ਜਾਂਦੇ ਹਾਂ ਨਾ। ਇਸੇ ਤਰ੍ਹਾਂ ਸਾਹਿਬ ਕਹਿੰਦੇ ਨੇ ਤੂੰ ਆ ਭੋਜਨ ਤਾਂ ਛਕ ਰਿਹਾ ਪਰ ਤੈਨੂੰ ਹਜ਼ਮ ਨਹੀਂ ਹੋ ਰਿਹਾ, ਤੇ ਜਿੰਨਾ ਚਿਰ ਤੂੰ ਇਹਨੂੰ ਹਜ਼ਮ ਨਹੀਂ ਕਰੇਗਾ ਉਨਾ ਚਿਰ ਰਸ ਨਹੀਂ ਬਣਨਾ। ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਮਹਾਰਾਜ ਕਹਿੰਦੇ ਤਿਸ ਕਾ, ਉਸ ਦਾ ਉਧਾਰ ਹੋਣਾ ਸੀ ਜਿਹਨੇ ਇਹਨੂੰ ਖਾ ਕੇ ਇਹਨੂੰ ਪਚਾਇਆ ਵੀ ਹੈ। ਹੁਣ ਅਸੀਂ ਅੰਮ੍ਰਿਤ ਬਾਣੀ ਦਾ ਅਭਿਆਸ ਬਸ ਕਾਲੀ ਕਾਲੀ ਕਰਦੇ ਆਪਣਾ ਪੇਟ ਜਿਹੜਾ ਉਹ ਭਰ ਰਹੇ। ਪੇਟ ਕਿਹੜਾ ਭਾਵ ਦਿਮਾਗ ਜਿਹੜਾ ਅਸੀਂ ਭਰ ਰਹੇ ਹਾਂ, ਪਰ ਉਹਦੇ ਵਿੱਚੋਂ ਇੱਕ ਵੀ ਰਸ ਜਿਹੜਾ ਉਹ ਪ੍ਰਾਪਤ ਨਹੀਂ ਹੋ ਰਿਹਾ। ਅੰਮ੍ਰਿਤ ਬਾਣੀ ਦਾ ਆਸਰਾ ਲੈ ਕੇ ਵੀ ਬੋਲੀ ਹੰਕਾਰ ਦੀ ਬੋਲ ਰਹੇ, ਆਪਣਾ ਜ਼ੋਰ ਦਿਖਾਣਾ ਚਾਹੁੰਦੇ ਹਾਂ, ਆਪਣੀ ਤਾਕਤ ਦਿਖਾਉਣਾ ਚਾਹੁੰਦੇ ਹਾਂ। ਗੁਰਬਾਣੀ ਵਿੱਚੋਂ ਸਾਨੂੰ ਜ਼ੋਰ ਜਿਹੜਾ ਇਹਦੇ ਕਈ ਪ੍ਰਕਾਰ ਵਿੱਚ ਅਰਥ ਸਾਨੂੰ ਸਮਝ ਆਉਣਗੇ ਜੇ ਗੁਰਬਾਣੀ ਨੂੰ ਸਮਝ ਕੇ ਚੱਲੀਏ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਖਿਆ, ਦੇਖੋ ਫਿਰ ਬੇਨਤੀ ਕਰਕੇ ਚੱਲਾਂ, ਦੋ ਜੀਵਨ ਨੇ, ਇੱਕ ਮਨਮੁਖ ਦਾ ਇੱਕ ਗੁਰਮੁਖ ਦਾ। ਗੁਰਮੁਖ ਜੇ ਬੋਲਦਾ ਵੀ ਹੈ ਤੇ ਉਹ ਕਹਿੰਦਾ ਵੀ ਮੈਂ ਆਪਣਾ ਬੋਲਿਆ ਨਹੀਂ ਬੋਲਦਾ, ਹਉ ਆਪੋ ਬੋਲ ਨਾ ਜਾਣਦਾ। ਮੇਰੇ ਵਿੱਚ ਇੰਨਾ ਜ਼ੋਰ ਨਹੀਂ ਕਿ ਮੈਂ ਕੁਝ ਬੋਲਾਂ, ਤੇ ਜੇ ਮੈਂ ਚੁੱਪ ਕਰ ਜਾਣਾ ਤੇ ਮੇਰੇ ਵਿੱਚ ਇੰਨਾ ਜ਼ੋਰ ਨਹੀਂ ਕਿ ਮੈਂ ਚੁੱਪ ਕਰਾਂ। ਇਹ ਸਾਰਾ ਜ਼ੋਰ ਉਹਦਾ ਹੈ, ਮੇਰਾ ਜ਼ੋਰ ਨਹੀਂ ਚੱਲਦਾ। ਤੇ ਮਨਮੁਖ ਕਹਿੰਦਾ ਵੀ ਹਰ ਪਾਸੇ ਮੇਰਾ ਹੀ ਜ਼ੋਰ ਹੈ, ਜੋ ਮੈਂ ਚਾਹਾਂ ਉਹ ਮੈਂ ਕਰ ਸਕਦਾ, ਮੇਰੇ ਕੋਲ ਪਾਵਰ ਹੈ, ਮੇਰੇ ਕੋਲ ਤਾਕਤ ਹੈ, ਮੈਂ ਜਿਹਨੂੰ ਮਰਜ਼ੀ ਖਰੀਦ ਸਕਦਾ, ਮੈਂ ਜਿਹਨੂੰ ਮਰਜ਼ੀ ਆਪਣੇ ਜ਼ੋਰ ਨਾਲ ਆਪਣੇ ਵੱਲ ਕਰ ਸਕਦਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਜ਼ਿਕਰ ਕੀਤਾ ਹੈ, ਕਹਿਣ ਲੱਗੇ ਕਿਸ ਹੀ ਜ਼ੋਰ ਹੰਕਾਰ ਬੋਲਣ ਕਾ। ਕਿਸ ਹੀ, ਕਈਆਂ ਨੂੰ ਆਪਣੇ ਬੋਲਣ ਦਾ ਹੰਕਾਰ ਹੈ ਕਿ ਮੈਂ ਬਹੁਤ ਉੱਚਾ ਬੋਲਦਾ, ਮੈਂ ਬਹੁਤ ਚੰਗਾ ਬੋਲਦਾ। ਕਿਉਂਕਿ ਹੰਕਾਰ ਨਾਲ ਕਈ ਪ੍ਰਕਾਰ ਵਿੱਚ ਆ ਕਥਾ ਵਿਚਾਰਾਂ ਕਰਨ ਦਾ ਵੀ ਹੰਕਾਰ ਆ ਜਾਂਦਾ ਹੈ ਕਿ ਮੇਰੇ ਤੋਂ ਚੰਗਾ ਕੌਣ ਬੋਲ ਸਕਦਾ ਹੈ, ਮੇਰੇ ਤੋਂ ਵਧੀਆ ਢੰਗ ਨਾਲ ਕਿਹੜਾ ਜਿਹੜਾ ਉਹ ਬੋਲ, ਇਹ ਵੀ ਅੰਦਰ ਹੰਕਾਰ ਆ ਜਾਂਦਾ ਹੈ। ਕਈ ਵਾਰ ਗੁਰਬਾਣੀ ਦਾ ਕੀਰਤਨ ਕਰਦਿਆਂ ਵੀ ਅੰਦਰ ਹੰਕਾਰ ਆ ਜਾਂਦਾ ਵੀ ਮੇਰੇ ਤੋਂ ਵਧੀਆ ਸੁਰ ਵਿੱਚ ਕਿਹੜਾ ਗਾ ਸਕਦਾ ਹੈ। ਕਈ ਵਾਰ ਸੇਵਾ ਕਰਦਿਆਂ ਵੀ ਹੰਕਾਰ, ਇੱਕ ਹੰਕਾਰ ਦਾ ਇੱਕ ਰੂਪ ਨਹੀਂ, ਕਈ ਰੂਪ ਨੇ ਹੰਕਾਰ ਦੇ। ਜੇ ਕਿਤੇ ਦੁਨਿਆਵੀ ਕੋਈ ਥੋੜੀ ਪਾਵਰ ਮਿਲ ਜਾਏ ਤਾਂ ਬੰਦੇ ਨੂੰ ਹੰਕਾਰ ਆ ਜਾਂਦਾ ਹੈ, ਜੇ ਧਨ ਥੋੜਾ ਜਿਹਾ ਜ਼ਿਆਦਾ ਮਿਲ ਜਾਏ ਤਾਂ ਹੰਕਾਰ ਆ ਜਾਂਦਾ ਹੈ, ਜੇ ਸਰੀਰ ਤੋਂ ਸੁੰਦਰਤਾ ਮਿਲ ਜਾਏ ਤਾਂ ਹੰਕਾਰ ਆ ਜਾਂਦਾ ਹੈ, ਜੇ ਵਿਦਵਤਾ ਜ਼ਿਆਦਾ ਆ ਜਾਏ ਤਾਂ ਹੰਕਾਰ ਆ ਜਾਂਦਾ ਹੈ,
ਜੇ ਕਿਤੇ ਉਹ ਉੱਚੇ ਅਹੁਦੇ ਤੇ ਬੈਠ ਜਾਏ ਤਾਂ ਹੰਕਾਰ ਆ ਜਾਂਦਾ ਹੈ। ਇੱਕ ਪ੍ਰਕਾਰ ਦਾ ਹੰਕਾਰ ਨਹੀਂ, ਪਤਾ ਹੀ ਨਹੀਂ ਕਿੰਨੇ ਪ੍ਰਕਾਰ ਦਾ ਹੈ। ਕਿਸ ਹੀ ਜੋਰ ਹੰਕਾਰ ਬੋਲਣ ਕਾ, ਕਿਸ ਹੀ ਜੋਰ ਦੀਵਾਨ ਮਾਇਆ ਕਾ। ਕਹਿੰਦੇ ਨੇ ਮਾਇਆ ਦਾ ਜਿਹੜਾ ਇਹਦੇ ਅੰਦਰ ਹੰਕਾਰ ਭਰਿਆ, ਇਹ ਕਹਿੰਦੇ ਵੀ ਮੇਰੇ ਵਿੱਚ ਇੰਨਾ ਜ਼ੋਰ ਹੈ ਕਿ ਮੈਂ ਦੀਵਾਨ ਦਾ ਅਰਥ ਹੈ ਕਚਹਿਰੀ ਲਾਉਣੀ, ਕਿ ਮੈਂ ਆਪਣੇ ਧਨ ਦੇ ਬਲਬੂਤੇ ਤੇ, ਧਨ ਦੇ ਆਸਰੇ ਤੇ ਮੈਂ ਜਿਨ੍ਹਾਂ ਨੂੰ ਮਰਜ਼ੀ ਇਕੱਠਾ ਕਰਕੇ ਤੇ ਕਚਹਿਰੀ ਲੈ ਕੇ ਆਪਣੇ ਹੱਕ ਵਿੱਚ ਫੈਸਲਾ ਕਰਵਾ ਸਕਦਾ, ਕਿਉਂਕਿ ਮੇਰੇ ਕੋਲ ਮਾਇਆ ਦਾ ਜ਼ੋਰ ਹੈ। ਮੈਂ ਆਪਣੇ ਇਸ ਮਾਇਆ ਦੇ ਜ਼ੋਰ ਨਾਲ ਮੈਂ ਜੋ ਮਰਜ਼ੀ ਫੈਸਲਾ ਗਲਤ ਨੂੰ ਸਹੀ ਕਰਾ ਸਕਦਾ, ਸਹੀ ਨੂੰ ਗਲਤ, ਔਰ ਹੁੰਦਾ ਵੀ ਹੈ ਸੰਸਾਰ 'ਚ। ਅਕਸਰ ਫਿਰ ਉੱਥੇ ਕੀ ਹੁੰਦਾ ਹੈ ਕਿ ਜਿਹੜੇ ਬੇਕਸੂਰ ਹੁੰਦੇ ਨੇ, ਇਹ ਮਾਇਆ ਦਾ ਜ਼ੋਰ ਵਿਖਾ ਕੇ ਉਹਨਾਂ ਨੂੰ ਕਸੂਰਵਾਰ ਦੁਨੀਆ ਦੇ ਵਿੱਚ ਬਣਾ ਕੇ ਪੇਸ਼ ਕਰ ਦਿੰਦਾ ਹੈ। ਇਹ ਕਿਉਂਕਿ ਉਹ ਇੱਕ ਦੇ ਕੋਲ ਧਨ ਬਹੁਤਾ ਹੈ, ਇੱਕ ਕੋਲ ਇੰਨਾ ਧਨ ਨਹੀਂ। ਇੱਕ ਦੇ ਕੋਲ ਗਰੀਬੀ ਦੀ ਅਵਸਥਾ, ਇੱਕ ਕੋਲ ਅਮੀਰੀ ਦੀ। ਉਹ ਅਮੀਰੀ ਦੇ ਬਲ ਉੱਤੇ, ਉਹਦੇ ਜ਼ੋਰ ਤੇ ਗਰੀਬ ਨੂੰ ਦਬਾਉਣਾ ਚਾਹੁੰਦਾ ਹੈ, ਕਿਉਂਕਿ ਉਹਦਾ ਜ਼ੋਰ ਉਹਦੇ ਤੇ ਚੱਲਦਾ ਹੈ। ਪਰ ਜਿਹੜਾ ਗੁਰਬਾਣੀ ਨਾਲ ਜੁੜ ਗਿਆ, ਉਹਨੂੰ ਪਤਾ ਹੈ ਕਿ ਸਭ ਤੋਂ ਵੱਡਾ ਉਹ ਅਕਾਲ ਪੁਰਖ ਪਰਮੇਸ਼ਵਰ ਹੈ। ਜਦੋਂ ਉਹਦਾ ਜ਼ੋਰ ਚੱਲਣਾ ਹੈ ਤੇ ਦੁਨੀਆ 'ਚ ਬੜੇ ਬੜੇ ਰਾਜੇ ਮਹਾਰਾਜੇ ਵੀ ਉਹਦੇ ਅੱਗੇ ਫੇਲ ਹੋ ਜਾਂਦੇ ਨੇ। ਜਦੋਂ ਉਹਦਾ ਜ਼ੋਰ ਚੱਲਣਾ ਨਾ, ਬੰਦਾ ਆਪਣੇ ਜ਼ੋਰ ਨਾਲ ਕਿਸੇ ਤੇ ਡੰਡਾ ਮਾਰ ਕੇ ਤੇ ਉਹਨੂੰ ਚੋਟ ਪਹੁੰਚਾਉਣਾ ਚਾਹੁੰਦਾ ਹੈ, ਦੁੱਖ ਪਹੁੰਚਾਉਣਾ ਚਾਹੁੰਦਾ ਹੈ, ਤੇ ਜਿਸ ਦਿਨ ਉਹਦਾ ਡੰਡਾ ਚੱਲਿਆ ਉਸ ਦਿਨ ਆਵਾਜ਼ ਵੀ ਕੋਈ ਨਹੀਂ ਆਉਣੀ। ਜਿਸ ਦਿਨ ਉਹਦੇ ਜ਼ੋਰ ਦਾ ਡੰਡਾ ਸਿਰ ਦੇ ਵਿੱਚ ਵੱਜਣਾ, ਉਸ ਦਿਨ ਬਚਾਉਣਾ ਵੀ ਕਿਸੇ ਨੇ, ਛੁਡਾਉਣਾ ਵੀ ਕਿਸੇ ਨੇ ਨਹੀਂ। ਇਸ ਲਈ ਗੁਰਬਾਣੀ ਇੱਕ ਸਮਝਣ ਦਾ ਵਿਸ਼ਾ ਹੈ। ਅਸੀਂ ਗੁਰਬਾਣੀ ਨੂੰ ਸਮਝਣ ਦੀ ਬਜਾਏ ਇਹਨੂੰ ਬਸ ਅਸੀਂ ਇੱਕ ਰਸਮੀ ਤੌਰ ਤੇ ਲੈ ਕੇ ਹੀ ਜੁੜ ਰਹੇ ਹਾਂ। ਇਹਨੂੰ ਸਿਰਫ ਰਸਮ ਨਿਭਾਉਂਦੇ ਰਹਿ ਗਏ ਤੇ ਫਿਰ ਇਸੇ ਤਰ੍ਹਾਂ ਉਸ ਮਾਲਕ ਨਾਲ ਸਾਂਝ ਨਹੀਂ ਬਣਨੀ, ਉਹਦੇ ਨਾਲ ਅਟੈਚਮੈਂਟ ਨਹੀਂ ਹੋਏਗੀ ਸਾਡੀ। ਜੇ ਦੋ ਜੀਵਨ ਆਪਸ ਵਿੱਚ ਜੁੜੇ ਤੇ ਜੇ ਉਹਨਾਂ ਵਿੱਚ ਆਪਸੀ ਵਿਚਾਰ, ਆਪਸੀ ਦਿਲਾਂ ਦੀ ਸਾਂਝ ਹੀ ਨਾ ਬਣੀ ਤੇ ਫਿਰ ਕੀ ਹੋਏਗਾ? ਹਰ ਵੇਲੇ ਝਗੜਾ, ਹਰ ਵੇਲੇ ਟਕਰਾਰ ਰਹੇਗਾ। ਇਸ ਲਈ ਅਸੀਂ ਗੁਰਬਾਣੀ, ਇਸ ਲਈ ਗੁਰਬਾਣੀ ਦਾ ਅਭਿਆਸ ਕਰਨਾ ਹੈ, ਨਿਤਨੇਮ ਇਸ ਲਈ ਕਰਨਾ ਹੈ ਕਿ ਅਸੀਂ ਕਹਿ ਸਕੀਏ ਕਿ ਮਹਾਰਾਜ ਜੀ ਅਸਾਂ ਜੋਰ ਨਾਹੀਂ ਜੇ ਕਿਛ ਕਰ ਹਮ ਸਕੈ। ਤੇ ਜੇ ਬਾਣੀ ਦਾ ਅਭਿਆਸ ਕਰਕੇ ਵੀ ਬੰਦਾ ਕਵੇ ਕਿ ਮੇਰੇ ਵਿੱਚ ਇੰਨਾ ਜ਼ੋਰ ਹੈ, ਇੰਨੀ ਪਾਵਰ ਹੈ, ਤੇ ਫਿਰ ਬਾਣੀ ਦਾ ਜਿਹੜਾ ਅਭਿਆਸ ਕੀਤਾ ਹੋਇਆ ਸਾਡਾ ਨਿਫਲ ਹੋ ਗਿਆ। ਇੱਥੇ ਤਾਂ ਅਸੀਂ ਉਹ ਗੁਰਬਾਣੀ ਦਾ ਅਭਿਆਸ ਕਰਕੇ ਸਮਝਣਾ ਹੈ ਕਿ ਉਸ ਮਾਲਕ ਦੇ ਹੁਕਮ ਵਿੱਚ ਚੱਲਣਾ ਹੈ, ਕਿਉਂਕਿ ਇਹ ਸਾਰਾ ਜ਼ੋਰ ਉਹਦਾ ਹੈ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਮੈਂ ਵੇਖਦਾ ਕਿਸ ਹੀ ਜ਼ੋਰ ਹੰਕਾਰ ਬੋਲਣ ਕਾ, ਕਿਸ ਹੀ ਜ਼ੋਰ ਦੀਵਾਨ ਮਾਇਆ ਕਾ। ਸਭ ਕਹਿੰਦੇ ਨੇ ਕਿਸੇ ਨੂੰ ਮਾਇਆ ਦਾ ਜ਼ੋਰ, ਭਾਵ ਕਿ ਉਹਨੂੰ ਮਾਇਆ ਦੀ ਤਾਕਤ ਹੈ। ਉਹ ਕਹਿੰਦਾ ਵੀ ਮੈਂ ਇਸ ਧਨ ਪਦਾਰਥ ਮਾਇਆ ਦੇ ਜ਼ੋਰ ਦੇ ਹੇਠ ਜੋ ਮਰਜ਼ੀ ਕਰਵਾ ਸਕਦਾ। ਕਈਆਂ ਨੂੰ ਬੋਲਣ ਦਾ ਹੁੰਦਾ ਹੈ, ਉਹ ਕਿਸੇ ਨੂੰ ਸਾਹਮਣੇ ਟਿਕਣ ਨਹੀਂ ਦਿੰਦੇ, ਬਸ ਆਪਣੇ ਬੋਲਾਂ ਦੇ ਵਿੱਚ ਹੀ ਉਲਝਾ ਲੈਂਦੇ ਆ। ਗੁਰੂ ਨਾਨਕ ਸਾਹਿਬ ਜੀ ਕੋਲ ਵੀ ਇਸ ਪ੍ਰਕਾਰ ਦੇ ਬਹੁਤ ਆਏ ਨੇ, ਜਿਹੜੇ ਆਪਣੇ ਆਪ ਨੂੰ ਪੰਡਤ ਅਖਾਉਂਦੇ ਨੇ ਕਿ ਮੈਂ ਬਹੁਤ ਵਿਦਵਤਾ ਦਾ ਮਾਲਕ ਹਾਂ, ਮੈਂ ਬੜੇ ਧਰਮ ਗ੍ਰੰਥ ਪੜ੍ਹੇ ਨੇ, ਮੈਂ ਧਰਮ ਗ੍ਰੰਥ ਜਿੰਨੇ ਪੜ੍ਹੇ ਨੇ ਮੈਂ ਆਪਣੇ ਕੋਲ ਉਹਨਾਂ ਦਾ ਇਕੱਠ ਕਰਕੇ ਰੱਖਿਆ ਹੋਇਆ ਹੈ, ਮੇਰੇ ਤੋਂ ਵੱਡਾ ਪੰਡਤ ਕੋਈ ਨਹੀਂ ਹੈ, ਤੇ ਤੁਸੀਂ ਮੇਰੇ ਨਾਲ ਬੋਲ ਕੇ ਵਿਚਾਰ ਕਰੋ, ਮੇਰੇ ਕੋਲ ਬੋਲਣ ਦਾ ਜ਼ੋਰ ਹੈ। ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਪੰਡਤ ਜੀ ਕੀ ਫਾਇਦਾ ਇੰਨੇ ਗ੍ਰੰਥ ਪੜ੍ਹਨ ਦਾ? ਇੰਨਾ ਗ੍ਰੰਥ ਪੜ੍ਹ ਕੇ ਵੀ ਤੁਸੀਂ ਹਜੇ ਵੀ ਬੋਲਣ ਦਾ ਹੰਕਾਰ ਲੈ ਕੇ ਬੈਠੇ ਹੋਏ ਹੋ। ਹਜੇ ਵੀ ਤੁਹਾਨੂੰ ਇਹ ਆਪਣੇ ਅੰਦਰ ਮਾਣ ਹੈ ਕਿ ਮੇਰੇ ਵਿੱਚ ਇੰਨਾ ਜ਼ੋਰ ਹੈ ਕਿ ਮੈਂ ਬੋਲ ਕੇ ਕਿਸੇ ਨੂੰ ਵੀ ਉਲਝਾ ਸਕਦਾ,
बोल के अपने अगे किसी नूं भी टिकण नहीं मैं दे सकदा। साहब कहंदे पंडित जी कोई फायदा नहीं इस विद्वता दा, ये धर्म ग्रंथ पढ़न दा कोई लाभ नहीं, क्योंकि बोली ते हजे भी हंकार दी बोलदे हो, हजे भी हंकार दी बोली। इसलिए साहब जी ने अमृत बाणी विच वख-वख रूप विच सानू ये गल समझाई है कि असीं तां ये अरदास करनी है, बाणी दा अभ्यास करदे हां कि मेरे मालिक जी साडे वस कुछ नहीं है, ये सब कुछ तेरे वस विच है। असीं तेरे हुक्म विच चलना, भावें असीं माड़े हां चंगे हां, प्रभ जीओ खसमाना कर प्यारे, बुरे भले हम थारे। साडे विच जोर नहीं है, असीं ते अपने गुनाह बख्शाउण लई आए हां, असीं ते अपणियां गलतियां कीतियां होईयां सुधारन लई आए हां, क्योंकि असीं हंकार दे विच अपना जोर जिहड़ा दुनिया नूं दिखांदिਆਂ पता नहीं किन्ना पाप कर लिया। तुसीं दुनिया नूं अपने जोर दे हेठ लिया सकदे हो, पर जिहड़ा उस रब नाल जिहड़ा जुड़ गया वो नहीं तुहाडे हेठ आएगा, दबाव विच आएगा, क्योंकि उहनूं पता है मानुख की टेक बिरथी सब जान, देवन को एक भगवान, जिसके दिए रहे अघाए, बहुर ना तृष्णा लागे आए, मारे राखै एको आप मानुख कह किछ नाई हाथ। जिहड़ा उहदे नाल जुड़ गया वो कहंदा मानुख कह किछ नाई हाथ। तू एवें अपना जोर मेरे ते पा के दबा जिहड़ा मेरे ते बनाई जाना है, पर ध्यान रखी जिहदे नाल मैं जुड़िया उहने मैनू एक गल समझाई है कि मारै राखै एक आप मानुख कह किछ नाई हाथ। मारन वाला भी हो, रखण वाला भी हो, ते जे उहने मैनू मारना है ते कोई बचा नहीं सकदा, ते जे उहने मैनू रखना है ते फिर दुनिया दी कोई ताकत, दुनिया दा पूरा जोर लग जाए फिर मैनू कोई कहंदे मार नहीं सकदा, जे किते उहने मैनू रखना होवे तां। आए दिन कोई ना कोई घटना साडे सामने आउंदी है प्रैक्टिकल रूप च, सानू उत्थों ही समझ जाना चाहिए कि एक इंसान पैदल चलदा चलदा किते डिग गया ते डिगदियां सार ही उहदे शरीर दी हड्डी क्रैक हो गई। पैदल चल रहा सी जमीन ते चलदियां पैर फिसल गया ते हड्डी क्रैक हो गई, कईयां दे प्राण निकल जांदे आ। बंदा कहंदा चंगा भला ते तुरिया जांदा सी, बड़ा नॉर्मल तरीके नाल डिग्गिया पर प्राण निकल गए। एक बंदा 5वीं 7वीं 10वीं मंजिल तो भी थल्ले डिगदा है, 10वीं मंजिल तो भी, इस तो वध भी डिगण वाले बहुत ने दुनिया विच, जिन्हां नूं असीं देख के कह सकदे हां भी रखण वाला रखना चाहे तो एक खरोंच तक नहीं आउण दिंदा, ते जिन्हों उहने ना रखना होवे वो ते नॉर्मल चलदा भी डिग जांदा है। ते कई प्रकार दियां उहदे जीवन विच घटनावां वापरदियां ने, सानू समझ के चलना चाहिए। वो जिहड़ा 10वीं मंजिल तो डिग्गा उहनूं खरोंच तक नहीं आई, और एक जिहड़ा पैदल नॉर्मल चलदा सी वो पैर फिसलिया ते दुनिया तो ही फिसल गया। क्यों? क्योंकि मारे राखै एको आप मन कह किछ नाई हाथ। सानू ते सिखाया ही ये गया है कि साडा जिहड़ा रखवाला वो आप परमेश्वर। हुण प्रहलाद नूं मारन लई हरनाकश ने कोई कसर छड्डी? कोई नहीं छड्डी, पर बचाउण वाले ने हर प्रकार उहनूं बचा लिया, हर दुख तसीहे तो उहनूं बचा के रखिया। क्यों? क्योंकि वो दिखाउणा चाहुंदा है हरनाकश की मेरे विच किन्ना जोर है, किन्ना मेरे विच बल है। ते उहने इत्थों तक कह दिता सी कि मैं देखदा तेरे राम विच किन्नी पावर है। कई मनमुख जदों तुहाडे नाल टकरदे ने, टकराउंदे ने ना तुहाडे नाल हंकारी, ते वो तुहानूं भी कहंदे होणगे भी तू जिहड़ी बाणी पढ़दा मैनूं देखना तेरी बाणी विच किन्नी कुछ ताकत है। तू जिस गुरु ग्रंथ साहिब जी नूं मनदा मैं वेखदा तेरी गुरु ग्रंथ साहिब च किन्नी कुछ पावर है। कई इदां दी बोली बोलण वाले भी मिलदे ने, पर जिस दिन गुरु ग्रंथ साहिब ने अपना जोर दिखाया उस दिन बंदिया तेरी बोलती बंद हो जानी है। उस दिन फिर तेरा सिर ही झुकना, बोलती बंद हो जानी है। आया सी सैदका
ਕਹਿੰਦਾ ਸੀ ਔਰੰਗਜ਼ੇਬ ਨੂੰ ਮੈਂ ਗੁਰੂ ਗੋਬਿੰਦ ਸਿੰਘ ਦਾ ਸਿਰ ਲਾ ਕੇ ਲਿਆਉਣਾ। ਹੰਕਾਰ ਦੀ ਬੋਲੀ ਬੋਲਦਾ ਸੀ। ਔਰ ਉਹਦੀ ਜਿਹੜੀ ਭੈਣ ਨਸੀਰਾ, ਉਹਨੇ ਹੱਥ ਜੋੜ ਜੋੜ ਕੇ ਸਮਝਾਇਆ ਕਿ ਵੀਰਾ ਇਹ ਕੰਮ ਤੇਰੇ ਤੋਂ ਨਹੀਂ ਹੋਣਾ, ਐਵੇਂ ਛੱਡ ਦੇ ਹੰਕਾਰ ਦੀ ਬੋਲੀ ਬੋਲਣੀ। ਉਹ ਜਿਹਦੇ ਕੋਲ ਤੂੰ ਚੱਲਿਆ ਉਹ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਹੈ, ਉਹ ਬਾਦਸ਼ਾਹਾਂ ਦਾ ਬਾਦਸ਼ਾਹ। ਤਾਂ ਝੂਠੇ ਬਾਦਸ਼ਾਹ ਦੇ ਦਰਬਾਰ ਵਿੱਚ ਕਰਕੇ ਆਇਆ ਦਾਵਾ ਕਿ ਮੈਂ ਗੁਰੂ ਗੋਬਿੰਦ ਸਿੰਘ ਦਾ ਸਿਰ ਲਾ ਕੇ ਲਿਆਉਣਾ, ਪਰ ਤੇਰੇ 'ਚ ਇੰਨੀ ਹਿੰਮਤ ਹੈ ਨਹੀਂ। ਤੂੰ ਤਾਂ ਉਹਦਾ ਸਾਹਮਣਾ ਵੀ ਨਹੀਂ ਕਰ ਸਕੇਗਾ। ਜੇ ਕਿਤੇ ਨਜ਼ਰ ਭਰ ਕੇ ਤੇਰੇ ਵੱਲ ਵੇਖ ਲਿਆ, ਤੇਰੇ ਹੱਥਾਂ 'ਚੋਂ ਇਹ ਤਲਵਾਰ ਤੇ ਵੈਸੇ ਹੀ ਛੁੱਟ ਜਾਣੀ ਹੈ। ਇਸ ਲਈ ਤੂੰ ਇਹ ਹੰਕਾਰ ਦੀ ਬੋਲੀ ਨਾ ਬੋਲ, ਉਹਦੇ ਅੱਗੇ ਤੇਰਾ ਜ਼ੋਰ ਕੋਈ ਨਹੀਂ ਚੱਲਣਾ। ਪਰ ਉਹ ਕਹਿੰਦਾ ਨਹੀਂ, ਮੈਂ ਗੁਰੂ ਗੋਬਿੰਦ ਸਿੰਘ ਦਾ ਸਿਰ ਲਾ ਕੇ ਲਿਆਉਣਾ। ਤੇ ਭੈਣ ਨੇ ਆਖਿਆ ਠੀਕ ਹੈ, ਜਾ ਫਿਰ ਦੇਖਦੇ ਹਾਂ ਤੇਰੇ ਵਿੱਚ ਜ਼ੋਰ ਜ਼ਿਆਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਵਿੱਚ ਜ਼ੋਰ ਜ਼ਿਆਦਾ ਹੈ। ਉਧਰੋਂ ਅਰਦਾਸ ਕਰਦੀ ਸੀ ਭੈਣ ਕਿ ਮੇਰੇ ਵੀਰ ਨੂੰ ਸਮਝਾ ਦਿਓ, ਇਹਦੀ ਅਕਲ ਤੇ ਪੜਦਾ ਪੈ ਗਿਆ। ਸਤਿਗੁਰੂ ਜੀ ਇਹਦੇ ਤੇ ਮਿਹਰ ਕਰਦੇ ਆ, ਜੇ ਇਹ ਭੁੱਲਿਆ ਭਟਕਿਆ ਤੁਹਾਡੇ ਰਾਹ ਤੁਰ ਪਿਆ। ਤੇ ਜਦੋਂ ਆ ਕੇ ਲਲਕਾਰ ਕੇ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਮੇਰੇ ਸਾਹਮਣੇ ਆਓ, ਮੈਂ ਪੂਰਾ ਜਿਹੜਾ ਉਹ ਆਪਣੇ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਦਾਵਾ ਕਰਕੇ ਆਇਆ ਕਿ ਮੈਂ ਆਪਣੇ ਜ਼ੋਰ ਨਾਲ ਤੁਹਾਡਾ ਸਿਰ ਲਾ ਕੇ ਲੈ ਜਾਣਾ ਹੈ। ਪਹਿਲੇ ਤੇ ਬੜੀਆਂ ਭੜਕਾਂ ਮਾਰਦਾ ਰਿਹਾ, ਰੌਲਾ ਪਾਉਂਦਾ ਰਿਹਾ। ਤੇ ਜਦੋਂ ਆਏ ਗੁਰੂ ਕਲਗੀਧਰ ਪਾਤਸ਼ਾਹ ਜੀ ਸਾਹਮਣੇ, ਤੇ ਜਦੋਂ ਅੱਖ ਚੁੱਕ ਕੇ ਸਤਿਗੁਰੂ ਜੀ ਵੱਲ ਵੇਖਿਆ ਤੇ ਮੁੜ ਕੇ ਅੱਖ ਨਹੀਂ ਚੁੱਕੀ, ਸਿਰ ਵੀ ਝੁਕ ਗਿਆ। ਅੱਖਾਂ ਚੁੱਕ ਕੇ ਕਹਿੰਦਾ ਸੀ ਗੁਰੂ ਸਾਹਿਬ ਮੈਂ ਤੁਹਾਡਾ ਸਿਰ ਲਾਉਣਾ ਅੱਜ। ਤੇ ਐਸੀ ਨਜ਼ਰ ਭਰ ਕੇ ਕਲਗੀਧਰ ਪਾਤਸ਼ਾਹ ਨੇ ਵੇਖਿਆ ਕਿ ਹੱਥਾਂ 'ਚੋਂ ਕਿਰਪਾਨ ਤਲਵਾਰ ਵੀ ਛੁੱਟ ਗਈ, ਅੱਖਾਂ ਵੀ ਉੱਚੀਆਂ ਨਹੀਂ ਹੋਈਆਂ, ਤੇ ਸਿਰ ਵੀ ਗੁਰੂ ਕਲਗੀਧਰ ਪਾਤਸ਼ਾਹ ਦੇ ਕਦਮਾਂ 'ਚ ਝੁਕ ਗਿਆ ਕਿ ਜੋ ਮੇਰੀ ਭੈਣ ਨੇ ਕਿਹਾ ਸੀ ਉਹ ਬਿਲਕੁਲ ਠੀਕ ਹੈ। ਮੇਰਾ ਜ਼ੋਰ ਦੁਨੀਆ ਅੱਗੇ ਚੱਲ ਸਕਦਾ, ਪਰ ਸਤਿਗੁਰਾ ਤੇਰੇ ਅੱਗੇ ਜ਼ੋਰ ਨਹੀਂ ਚੱਲ ਸਕਦਾ। ਜ਼ੋਰ ਚਲਾਉਣ ਵਾਲੇ ਅੱਜ ਵੀ ਚਲਾਉਂਦੇ ਨੇ, ਮੈਨੂੰ ਮਾਫ ਕਰਿਆ ਜੇ। ਕਿੰਨੀ ਵਾਰ ਆਪ ਜੀ ਨਾਲ ਸਾਂਝ ਪਾਈ ਕਿ ਜਿਸ ਦੇ ਚਰਨਾਂ 'ਚ ਜੁੜੇ ਆ ਉਹ ਕਿੰਨੀਆਂ ਗੋਲੀਆਂ ਸਹਿ ਕੇ ਬੈਠੇ ਨੇ। ਨਨਕਾਣਾ ਸਾਹਿਬ ਦਾ ਸਾਕਾ ਆਪ ਜੀ ਨੇ ਸਰਵਣ ਕੀਤਾ ਹੋਇਆ ਹੈ, ਔਰ ਅੱਜ ਵੀ ਨਨਕਾਣਾ ਸਾਹਿਬ ਦੇ ਸਾਕੇ ਦੇ ਸੰਬੰਧ ਵਿੱਚ ਸਮਾਗਮ ਹੋ ਰਹੇ ਨੇ। ਇਸ ਅਸਥਾਨ ਤੇ ਵੀ ਇਹ ਉਪਰਾਲੇ ਹੋ ਰਹੇ ਨੇ ਕਿ ਇਹ ਨਨਕਾਣਾ ਸਾਹਿਬ ਦੇ ਸੰਬੰਧ ਵਿੱਚ ਜਿਹੜਾ ਇਹ ਸਮਾਗਮ ਕਰਵਾਏ ਜਾਣ, ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਅਸੀਂ ਕਿਸ ਗੁਰੂ ਚਰਨਾਂ ਵਿੱਚ ਜੁੜੇ ਹਾਂ। ਕਿੰਨੀਆਂ ਗੋਲੀਆਂ ਗੁਰੂ ਸਾਹਿਬ ਦੇ ਆਰ ਪਾਰ ਉਸ ਵੇਲੇ ਹੋਈਆਂ ਨੇ, ਕਿੰਨੀਆਂ ਵਿੱਚੋਂ ਗੁਰੂ ਸਾਹਿਬ ਦੇ ਗੋਲੀਆਂ ਕੱਢੀਆਂ ਗਈਆਂ ਨੇ। ਉਹ ਸਰੂਪ ਤੁਸੀਂ ਕਿਤੇ ਤਸਵੀਰ ਵੇਖੀ ਹੋਏਗੀ ਕਿ ਕਿੰਨੇ ਟੋਕਿਆਂ ਦੇ ਟੁੱਕਣ ਦੇ ਨਿਸ਼ਾਨ ਉਸ ਵੇਲੇ ਗੁਰੂ ਸਾਹਿਬ ਅੱਗੇ। ਤੇ ਜ਼ੋਰ ਚਲਾਉਣ ਵਾਲੇ ਨੇ ਤੇ ਚਲਾਤਾ, ਜ਼ੋਰ ਚਲਾਉਣ ਵਾਲੇ ਨੇ ਆਪਣਾ ਜ਼ੋਰ ਤੇ ਚਲਾਤਾ। ਤੇ ਕੀ ਹੋਇਆ? ਗੁਰੂ ਸਾਹਿਬ ਤਾਂ ਅੱਜ ਵੀ ਪਾਲਕੀ 'ਚ ਸਵਾਰ ਹੋ ਕੇ ਆਉਂਦੇ ਆ, ਪਾਲਕੀ 'ਚ ਸਵਾਰ ਹੋ ਕੇ ਜਾਂਦੇ ਨੇ। ਅੱਜ ਵੀ ਹੁਕਮ ਹੁੰਦਾ ਹੈ, ਗੁਰੂ ਸਾਹਿਬ ਅੱਜ ਵੀ ਪ੍ਰਕਾਸ਼ਮਾਨ ਹੋ ਕੇ ਇਹ ਰੋਜ਼ ਹੁਕਮ ਸਾਨੂੰ ਸੁਣਾ ਰਹੇ ਆ। ਉਦੋਂ ਤੋਂ ਲੈ ਕੇ ਅੱਜ ਤੱਕ ਵੇਖੋ ਕਿੰਨੀ ਵਾਰ ਬੇਅਦਬੀਆਂ, ਕਿੰਨੀ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਜਿਹੜੇ ਆ ਉਹ ਖਿਲਾਰੇ। ਅੱਜ ਵੀ ਕਿਹੜਾ ਸ਼ਰਾਰਤੀ ਅਨਸਰ ਬਾਜ ਆਉਂਦੇ ਨੇ, ਅੱਜ ਵੀ ਉਹ ਆਪਣਾ ਜ਼ੋਰ ਜਿਹੜਾ ਇਹਦੇ ਤੇ ਚਲਾਉਣਾ ਚਾਹੁੰਦੇ ਆ। ਪਰ ਕੀ ਉਹਨਾਂ ਦਾ ਜ਼ੋਰ ਚੱਲ ਗਿਆ? ਨਹੀਂ ਚੱਲਦਾ ਜ਼ੋਰ। ਕੀ ਗੁਰੂ ਸਾਹਿਬ ਨੂੰ ਉਹਨਾਂ ਨੇ ਮਿਟਾ ਦਿੱਤਾ, ਖਤਮ ਕਰ ਦਿੱਤਾ? ਕਿਉਂ? ਇਹ ਨਹੀਂ ਕੀਤਾ ਜਾ ਸਕਦਾ। ਇਸ ਲਈ ਜਿਹੜੇ ਕਹਿੰਦੇ ਆ ਨਾ ਵੀ ਅਸੀਂ ਜਿਹੜੀ ਤੂੰ ਬਾਣੀ ਪੜ੍ਹਦਾ, ਨਿਤਨੇਮ ਕਰਦਾ, ਦੇਖਦੇ ਆ ਤੇਰੀ ਇਸ ਬਾਣੀ ਨੇ ਕੀ ਕਰ ਦੇਣਾ। ਜਿਸ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਤੂੰ ਜੁੜਿਆ, ਦੇਖਦੇ ਆ ਤੇਰਾ ਗੁਰੂ ਕੀ ਕਰ। ਇਹ ਹੰਕਾਰ ਦੀ ਬੋਲੀ ਹੈ। ਕਿਸੇ ਹੀ ਜ਼ੋਰ ਹੰਕਾਰ ਬੋਲਣ ਦਾ, ਉਹ ਹੰਕਾਰ ਦੀ ਬੋਲੀ ਬੋਲਦੇ ਆ। ਪਰ ਜਿਸ ਦਿਨ ਗੁਰੂ ਸਾਹਿਬ ਨੇ ਆਪਣਾ ਜ਼ੋਰ ਵਿਖਾਇਆ ਨਾ, ਉਸ ਦਿਨ ਬੋਲਤੀ ਵੀ ਬੰਦ ਹੋ ਜਾਣੀ ਹੈ। ਉਸ ਦਿਨ ਬੋਲਣਾ ਜਿਹੜਾ ਹੈ ਉਹਦੇ ਵਿੱਚੋਂ ਇੱਕ ਆਵਾਜ਼ ਤੱਕ ਹੀ, ਇੱਕ ਅਕਸ਼ਰ ਵੀ ਮੁੱਖ ਤੋਂ ਬੋਲਣਾ ਔਖਾ ਹੋ ਜਾਣਾ। ਇਹ ਹੰਕਾਰ ਦੀਆਂ ਬੋਲੀਆਂ, ਆਪਣਾ ਜ਼ੋਰ ਵਿਖਾਉਣਾ, ਇਹ ਗਰੀਬ ਮਾਰ ਕਰਨੀ, ਕਿਸੇ ਨਾਲ ਧੱਕਾ ਕਰਨਾ, ਇਹ ਆਪਣਾ ਜ਼ੋਰ ਅਸੀਂ ਜਿਹੜਾ ਵਿਖਾਉਂਦੇ ਆ ਇਹਨੂੰ ਛੱਡ ਦਈਏ। ਕਿਉਂਕਿ ਜਿੱਦਣ ਉਹਦਾ ਜ਼ੋਰ ਚੱਲਿਆ ਤੇ ਸਾਡਾ ਜ਼ੋਰ ਕੰਮ ਨਹੀਂ ਆਉਣਾ।
ਉਸ ਦਿਨ ਸਾਡੇ ਕੋਲ ਰੋਣ ਤੋਂ ਸਿਵਾਏ ਸਾਡੇ ਪੱਲੇ ਕੱਖ ਨਹੀਂ ਰਹਿ ਜਾਣਾ। ਕਬੀਰ जोर किया सो जुल्म है, ले जवाब खुदाए। कबीर साहब कहते हो जोर दिखाण वालिया, ये ताकत कित्थों लैके आया? जिहड़ा बल तू दिखा रहा है, ये ताकत दिखा रहा है, कित्थों लैके आया तू ये ताकत? ते जे उन्हें तैनूं ये जोर दिता ही ना हुंदा फिर तू की कर लैंदा? तुसीं बहुत ऐसे देखे होणगे शरीर जिन्हां दा जन्म तां होया सी, पर मंजे ते पियां पियां उन्हां नूं 50 साल लंघ गए जिंदगी दे। जिस दिन उन्हां दा जन्म होया ना, जदों जन्म हो के संसार विच अखां खोलियां, अखां ते खोल लईयां, पर उन्हां दे हथ भी ना चले, पैर भी ना चले, जिवें मंजे ते पए ने, पियां पियां 50 साल बीत गए, पर एक वारी भी उन्हां अपने आप उठ के जमीन ते पैर नहीं रखिया। उन्हां वल ही वेख लईए कि जिस दिन मालिक ने साडे अंदर दा जोर खिच लिया ते असीं की कर लांगे। जिस दिन उन्हें साडे अंदर दा जोर आ दिमाग, कई बंदे तुसीं ये भी वेखे ने कि हथ भी चलदे आ, पैर भी चलदे, अखां भी चलदियां ने, पर दिमाग ब्लॉक हो गया। कई कौमां विच चले गए, पए ने आराम नाल, कि उन्हां दा की जोर चलदा पिया है, उन्हां दी की ताकत काम आ रही है। असीं अपने दिमाग दे जोर नाल जो मर्जी कर सकते हैं, करवा सकते हैं, पर जिस दिन उन्हें अंदर दी ताकत खिंच ली फिर असीं की कर लांगे? फिर साडे हथ पल्ले कुछ नहीं रहना। कबीर जोर किया सो जुल्म है। तू अहंकारी बन के, मनमुख साकत बन के, उस परमेश्वर नालों अपना नाता तोड़ के एवें हंकारी ना बनिया। फिर ये जोर नाल तू पाप कमा रहा है ते तू खुश बड़ा हो रहा है कि जिहड़ा बंदा मेरे सामने आउंदा है मैं अपने जोर नाल उहनूं अपने वल कर सकदा। जिहड़ा बंदा मेरे सामने आएगा मैं अपनी ताकत नाल मैं अपने वल कर लांगा। पर कहण लगे ध्यान रखी, एक दिन उहदे घर लेखा भी देना पैना है, उहदे घर हिसाब भी तैनूं देना पैना है। तू किन्नियां नाल धक्का कीता, किन्नियां नाल गरीब मार कीती, किन्नियां ते तू जुल्म कीता, किन्ने तू पाप कमाए ने, ले जवाब खुदाए। चलो बंदा ते की जवाब लेगा? कई बारी सामने वाला बंदा चुप कर जाता भी इहदे कोलों कौन जवाब मंगेगा, क्योंकि ये अपने आप नूं बड़ा पावरफुल मनदा है। अज किन्नियां दे दिल दुख रहे ने, किन्नियां दे, एक दे नहीं, किन्नियां दे दिल अंदरों दुख रहे ने। जो साडा किसान संघर्ष करदा, किन्ने शरीर छड्ड गए, किन्ने उत्थे दुख तकलीफां सह रहे आ, पर एक जिहड़ा कहंदा भी नहीं मेरा जोर चलेगा, मेरा जोर चलेगा, पर उहनूं ये नहीं पता कि ले जवाब खुदाए। जिदन जो उस रब ने तेरे कोलों जवाब मंगिया ना, उस दिन तेरा जोर नहीं चलना। दफ्तर लेखा निकसी, दफ्तर उहदे दफ्तर दे विच तेरा लेखा निकलना है, तेरा हिसाब किताब उहदे दफ्तर दे विच निकलना है। फिर उत्थे तेरा कौन तेरा उत्थे साथी बनेगा, कौन उत्थे तेरी बांह पकड़ेगा, कौन उत्थे तेरे नाल खलोवेगा? जदों उहदे दरबार विच तेरा लेखा निकलना है ते फिर उत्थे तेरा जवाब तेरे कोलों मंगिया जाना है। उत्थों तेरे फिर तैनूं उत्थे जवाब कोई नहीं आउणा। धर्म राय जब लेखा मांगे क्या मुख लैके जाएगा। पर बंदा हंकार दे नशे विच इन्ना धुत हुंदा है वो परवाह ही कोई नहीं करता। पर साहब कहंदे नहीं, ध्यान रख, तेरियां चंगियाइयां बुरियाइयां दा हिसाब करन वाला बैठा है। तू कहना ना मेरे कोल इन्नी पावर है, मैं हर एक दा लेखा जोखा मैं कर सकदा, पर जिदन उन्हें तेरा लेखा कीता, क्योंकि डोरी तां उहदे हथ विच है ना, तेरे नक विच हुक्म दी नथ पाई है, तू छड़ा के आपन भाणे जो चलै भाई विछड़ चोटा खाए। तू आपन भाणे चल रहा है, तू उहनूं भुला के चल रहा है, पर ध्यान रखी जम्मना भी उहदे हुक्म च ते मरना भी उहदे हुक्म च है। जिदन उन्हें जे उन्हें तैनूं दुनिया च भेजिया ते उहनूं याद रख, जे उन्हें तैनूं ताकत दिती, पावर दिती, जोर दिता, उहनूं चेते रख। जिदन उन्हें अपनी दिती ताकत वापस ले लई
ਤੂੰ ਡੈਡ ਹੋ ਜਾਏਗਾ ਉਸ ਦਿਨ। ਤੇ ਫਿਰ ਤੇਰੇ ਮੁਰਦੇ ਵਿੱਚ ਕਿਸੇ ਨੇ ਜਾਨ ਨਹੀਂ ਪਾਣੀ, ਆ ਧਨ ਪਿਆ ਤੇ ਪਿਆ ਹੀ ਰਹਿ ਜਾਣਾ ਹੈ। ਤੇਰਾ ਜਿੰਨੀ ਵੀ ਤੇਰੀ ਪਾਵਰ ਹੈ ਨਾ, ਉਹ ਪਾਵਰ ਸਾਰੀ ਇੱਕ ਥਾਂ ਤੇ ਖਲੋ ਜਾਣੀ ਹੈ। ਤੇਰੇ ਕਿਸੇ ਨੇ ਤੇਰੇ ਉੱਥੇ ਸਾਥ ਕੋਈ ਨਹੀਂ ਦੇਣਾ। ਇਸ ਲਈ ਹਜੇ ਟਾਈਮ ਹੈ, ਸਮਾਂ ਹੈ, ਕੁਛ ਨਹੀਂ ਵਿਗੜਿਆ। ਤੂੰ ਆਪਣਾ ਹੰਕਾਰ ਛੱਡ ਤੇ ਉਸ ਨਿਰੰਕਾਰ ਦੇ ਚਰਨਾਂ ਵਿੱਚ ਆਪਣਾ ਗੁਨਾਹ ਕਬੂਲ ਕਰ ਲੈ ਕਿ ਮੈਂ ਆਪਣੇ ਬਲ ਨਾਲ, ਤਾਕਤ ਨਾਲ, ਜ਼ੋਰ ਨਾਲ ਮੈਂ ਇੰਨਾ ਪਾਪ ਕੀਤਾ, ਜ਼ੁਲਮ ਕੀਤਾ, ਧੱਕਾ ਕੀਤਾ ਦੁਨੀਆ ਨਾਲ। ਮੈਂ ਪਤਾ ਸੀ ਇਹ ਸਭ ਕੁਝ ਗਲਤ ਹੋ ਰਿਹਾ ਹੈ, ਗਲਤ ਹੈ, ਪਰ ਮੈਂ ਫਿਰ ਵੀ ਆਪਣੇ ਜ਼ੋਰ ਨਾਲ ਉਹਨੂੰ ਸਹੀ ਕਰਦਾ ਰਿਹਾ। ਸਮਝ ਆ ਗਈ ਬਾਬਰ ਨੂੰ। ਗੁਰੂ ਨਾਨਕ ਸਾਹਿਬ ਨੇ ਹੀ ਸਮਝਾਇਆ ਕਿ ਬਾਬਰ, ਤੂੰ ਆ ਕੀ ਪਾਪ ਕਮਾ ਰਿਹਾ ਹੈ? ਤੂੰ ਆ ਪਾਪ ਦੀ ਜੰਜ ਲੈ ਕੇ ਆ ਗਿਆ, ਜੋਰੀ ਮੰਗੇ ਦਾਨ ਵੇ ਲਾਲੋ। ਤੂੰ ਆਪਣੇ ਜ਼ੋਰ ਨਾਲ ਇਹ ਸਭ ਕੁਝ ਮੰਗ ਰਿਹਾ, ਕਰ ਰਿਹਾ ਹੈ, ਪਰ ਇੱਕ ਦਿਨ ਧਿਆਨ ਰੱਖੀ, ਤੇਰੇ ਕੋਲੋਂ ਉਸ ਖੁਦਾ ਨੇ ਤੇਰੇ ਕੀਤੇ ਕਰਮ ਦਾ ਜਵਾਬ ਮੰਗਣਾ ਹੈ। ਅਸੀਂ ਇੱਕ ਦਿਨ ਜ਼ਿਕਰ ਕੀਤਾ ਸੀ ਆਪ ਜੀ ਨਾਲ, ਔਰ ਕੋਈ ਸ਼ੱਕ ਨਹੀਂ ਹੈ। ਇਹ ਵੀ ਨਹੀਂ ਕਿ ਬੀਜ ਨਾਸ਼ ਹੋ ਗਿਆ, ਇਹ ਵੀ ਨਹੀਂ ਹੈ। ਅੱਜ ਵੀ ਇਮਾਨਦਾਰ ਵਕੀਲ ਤੇ ਜੱਜ ਮੌਜੂਦ ਨੇ, ਪਰ ਬਹੁਤਾਤ ਵਿੱਚ ਆਪਾਂ ਵੇਖਾਂਗੇ ਬੰਦਾ ਕਹਿੰਦਾ ਮੇਰੇ ਕੋਲ ਇੰਨੀ ਪਾਵਰ ਹੈ, ਤੇਰੇ ਕੋਲ ਇੰਨਾ ਜ਼ੋਰ ਹੈ, ਇੰਨਾ ਧਨ ਦਾ ਜ਼ੋਰ ਹੈ ਕਿ ਮੈਂ ਗਵਾਹ ਵੀ ਖਰੀਦ ਸਕਦਾ, ਮੈਂ ਵਕੀਲ ਵੀ ਖਰੀਦ ਸਕਦਾ, ਮੈਂ ਜੱਜ ਵੀ ਖਰੀਦ ਸਕਦਾ। ਪਰ ਉਹਨੂੰ ਕਿਵੇਂ ਖਰੀਦੋਗੇ? ਉਹਨੂੰ ਕਿਵੇਂ ਆਪਾਂ ਖਰੀਦਾਂਗੇ ਜਿਹਨੇ ਤੁਹਾਡੇ ਕੋਲੋਂ ਇੱਕ ਇੱਕ ਕੀਤੇ ਹੋਏ ਕਰਮ ਦਾ ਲੇਖਾ ਮੰਗਣਾ ਹੈ? ਉੱਥੇ ਨਹੀਂ ਕਿਸੇ ਨੇ ਗਵਾਹੀ ਦੇਣੀ, ਉੱਥੇ ਨਹੀਂ ਕਿਸੇ ਨੇ ਦਲੀਲ ਦੇਣ ਵਾਸਤੇ ਆਉਣਾ, ਉੱਥੇ ਨਹੀਂ ਆ ਦੁਨੀਆ ਦੇ ਵਿੱਚ ਜਿਹੜੇ ਅੱਜ ਆਪਾਂ ਖਰੀਦ ਲੈਂਦੇ ਆ, ਇਹ ਉੱਥੇ ਨਹੀਂ ਖਰੀਦੇ ਜਾਣੇ। ਉੱਥੇ ਜਦੋਂ ਉਹਨੇ ਲੇਖਾ ਮੰਗਣਾ ਤੇ ਉੱਥੇ ਕੋਈ ਝੂਠੀ ਗਵਾਹੀ ਵੀ ਕੋਈ ਨਹੀਂ ਚੱਲਣੀ। ਅਸੀਂ ਚੰਦ ਪੈਸਿਆਂ ਦੀ ਖਾਤਰ ਇਹ ਝੂਠੀਆਂ ਗਵਾਹੀਆਂ ਦੇ ਕੇ ਇਨਸਾਫ ਦਿਵਾਉਣ ਵਾਲੇ ਨਾਲ ਬੇਇਨਸਾਫੀ ਨਾ ਕਰਿਆ ਕਰੀਏ, ਨਹੀਂ ਤਾਂ ਲੈ ਜਵਾਬ ਖੁਦਾਏ। ਉਸ ਖੁਦਾ ਨੇ ਜਵਾਬ ਲੈਣਾ, ਤੇ ਜਦੋਂ ਲੈਣਾ ਤੇ ਬੰਦਿਆ ਉਸ ਵੇਲੇ ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਤੇ ਉਸ ਦਿਨ ਕੀ ਹੋਏਗਾ? ਉਸ ਦਿਨ ਹਾਏ ਹਾਏ ਨਿਕਲੇਗੀ, ਬਚਾਉਣਾ ਕਿਸੇ ਨੇ ਨਹੀਂ। ਪਰ ਗੱਲਾਂ ਇਹ ਜਿਹਨੂੰ ਸਮਝ ਆ ਗਈਆਂ ਉਹਦੇ ਵਾਸਤੇ, ਨਹੀਂ ਤੇ ਬੰਦਾ ਕਹੇਗਾ ਐਵੇਂ ਰੌਲਾ ਹੀ ਪਾਉਂਦੇ ਆ, ਕੀ ਐਵੇਂ ਕੁਛ ਨਹੀਂ ਰੱਖਿਆ। ਜਿਹਨੂੰ ਹੰਕਾਰ ਦਾ ਨਸ਼ਾ, ਉਹਨੂੰ ਇਹ ਗੱਲਾਂ ਸਮਝ ਨਹੀਂ ਆਉਣਗੀਆਂ। ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਬਾਬਰ, ਜਦੋਂ ਉਹਦੇ ਜੇਲ੍ਹ ਖਾਨੇ ਤੱਕ ਚਲੇ ਗਏ, ਆਖਿਆ ਬਾਬਰ ਤੂੰ ਇਹ ਕੀ ਕੀਤਾ? ਪਾਪ ਕੀ ਜੰਜ ਲੈ ਕਾਬਲੋ ਧਾਇਆ, ਜੋਰੀ ਮੰਗੇ ਦਾਲ ਵੇ ਲਾਲੋ। ਤੇਰਾ ਇੱਕ ਦਿਨ ਉਸ ਖੁਦਾ ਨੇ ਜਵਾਬ ਤੇਰੇ ਤੋਂ ਮੰਗਣਾ ਹੈ। ਤੇ ਫਿਰ ਉਸ ਬਾਬਰ ਦੇ ਹੱਥ ਜੁੜ ਗਏ ਨਾ ਬਾਬੇ ਨਾਨਕ ਅੱਗੇ। ਅਸੀਂ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਕੀ ਕਰਨਗੇ? ਜਿਸ ਦਿਨ ਕੀਤਾ ਉਸ ਦਿਨ ਹੱਥ ਜੁੜ ਜਾਣਗੇ ਤੁਹਾਡੇ ਵੀ। ਜੇ ਬਾਬਰ ਦੇ ਬਾਬੇ ਨਾਨਕ ਅੱਗੇ ਹੱਥ ਜੁੜ ਸਕਦੇ ਆ, ਤੇ ਫਿਰ ਸਾਡੇ ਹੰਕਾਰੀਆਂ ਦੇ ਜ਼ੋਰ ਚਲਾਉਣ ਵਾਲਿਆਂ ਦੇ ਹੱਥ ਕਿਉਂ ਨਹੀਂ ਗੁਰੂ ਸਾਹਿਬ ਅੱਗੇ ਜੁੜੇ? ਇਹ ਵੀ ਤੇ ਗੁਰੂ ਨਾਨਕ ਸਾਹਿਬ ਨੇ। ਹਿਮਾਯੂ ਆਇਆ, ਦਿੱਲੀ ਤੋਂ ਹਾਰ ਖਾ ਕੇ ਆ ਗਿਆ ਖਡੂਰ ਸਾਹਿਬ, ਹੰਕਾਰ ਨਾਲ ਭਰਿਆ ਹੋਇਆ ਆਇਆ। ਤੇ ਗੁਰੂ ਅੰਗਦ ਦੇਵ ਜੀ ਬੱਚਿਆਂ ਨੂੰ ਵਿਦਿਆ ਦੇ ਰਹੇ ਸੀ, ਪੜ੍ਹਾ ਰਹੇ ਸੀ ਉਹਨਾਂ ਨੂੰ। ਆ ਕੇ ਖਲੋ ਗਿਆ, ਗੁਰੂ ਸਾਹਿਬ ਨੇ ਵੇਖਿਆ ਤੱਕ ਨਹੀਂ। ਹੰਕਾਰੀਆਂ ਨਿੰਦਕਾਂ ਪਿੱਠ ਦੇ ਦੇਖੇ ਹੀ ਨਹੀਂ। ਕ੍ਰੋਧ ਵਿੱਚ ਆ ਗਿਆ, ਜਦੋਂ ਹੰਕਾਰ ਨੂੰ ਸੱਟ ਲੱਗੀ, ਕ੍ਰੋਧ ਵਿੱਚ ਆ ਗਿਆ ਤੇ ਕਿਰਪਾਨ ਜਿਹੜੀ ਤਲਵਾਰ ਪਾਈ ਸੀ ਨਾ, ਉਹਦੇ ਮੁੱਠੇ ਨੂੰ ਹੱਥ ਪਾ ਲਿਆ ਕਿ ਮੈਂ ਦੱਸਦਾ ਗੁਰੂ ਅੰਗਦ ਦੇਵ ਜੀ ਨੂੰ ਮੈਂ ਕੌਣ ਹਾਂ। ਹਿਮਾਯੂ ਤੇ ਜਦੋਂ ਪਾਇਆ ਨਾ ਮੁੱਠੇ ਨੂੰ ਹੱਥ, ਮਿਆਨ ਚੋਂ ਕੱਢਣ ਲੱਗਾ ਤੇ ਮੁੜ ਕੇ ਹੱਥ ਵੀ ਉੱਥੇ ਹੀ ਰਹਿ ਗਿਆ, ਤਲਵਾਰ ਨਿਕਲੀ ਕੋਈ ਨਾ। ਜ਼ੋਰ ਲਾਈ ਜਾਏ ਪੂਰਾ, ਕਿੰਨੀ ਦੇਰ ਜ਼ੋਰ ਲਾਉਂਦਾ ਰਿਹਾ, ਮਿਆਨ ਚੋਂ ਤਲਵਾਰ ਨਿਕਲੀ ਕੋਈ ਨਾ। ਤੇ ਸਤਿਗੁਰੂ ਜੀ ਹੱਸ ਕੇ ਕਹਿੰਦੇ ਹਿਮਾਯੂ ਨੂੰ, ਕਹਿੰਦੇ ਹਿਮਾਯੂ ਇਹ ਜਿੱਥੇ ਜ਼ੋਰ ਦਿਖਾਉਣਾ ਸੀ ਉੱਥੇ ਦਿਖਾਉਂਦਾ, ਇੱਥੇ ਨਹੀਂ ਤੇਰਾ ਜ਼ੋਰ ਚੱਲਣਾ, ਇੱਥੇ ਨਹੀਂ ਤੇਰੀ ਇਹ ਤਾਕਤ ਜ਼ੋਰ ਤੇਰਾ ਕੰਮ ਆਉਣਾ। ਇਹ ਜਿੱਥੇ ਦਿਖਾਉਣਾ ਸੀ ਉੱਥੇ ਦਿਖਾਇਆ ਕੋਈ ਨਹੀਂ। ਜਿੱਥੇ ਸਾਡਾ ਜ਼ੋਰ ਚੱਲਣਾ ਉੱਥੇ ਚਲਾਉਂਦੇ ਨਹੀਂ। ਜ਼ੋਰ ਚੱਲਦਾ ਹੀ ਗਰੀਬ ਤੇ ਹੈ। ਜ਼ੋਰ ਧੱਕਾ ਹੁੰਦਾ ਕਿਹਦੇ ਨਾਲ ਹੈ? ਉਹ ਹੁੰਦਾ ਹੀ ਉਹਦੇ ਨਾਲ ਹੈ ਜਿਹੜਾ ਸਾਡੇ ਤੋਂ ਨੀਵਾਂ ਨਜ਼ਰ ਆਉਂਦਾ ਹੈ ਕਿ ਇਹ ਮੇਰੇ ਤੋਂ ਘੱਟ ਪਾਵਰ ਵਾਲਾ ਹੈ। ਜ਼ੋਰ ਹਮੇਸ਼ਾ ਚੱਲਦਾ ਹੈ, ਆਪਣੇ ਤੋਂ ਉੱਤੇ ਵਾਲੇ ਤੇ ਜ਼ੋਰ ਚਲਾ ਕੇ ਵਿਖਾਈਏ ਨਾ, ਉੱਥੇ ਨਹੀਂ ਜ਼ੋਰ ਚੱਲਣਾ।
ਜ਼ੋਰ ਹਮੇਸ਼ਾ ਥੱਲੜੇ ਵਾਲੇ ਤੇ ਹੀ ਚੱਲਦਾ ਹੈ, ਉੱਪਰ ਵਾਲੇ ਤੇ ਨਹੀਂ। ਮਹਾਰਾਜ ਕਹਿੰਦੇ ਚਲਾ ਕੇ ਵਿਖਾਓ, ਰੱਬ ਤੇ ਜ਼ੋਰ ਚਲਾ ਕੇ ਵਿਖਾ। ਜਿਸ ਠਾਕੁਰ ਸਿਓ ਨਹੀਂ ਚਾਰਾ ਤਾਂਕੋ ਕੀਜੈ ਸਦ ਨਮਸਕਾਰਾ। ਇਸੇ ਤਰ੍ਹਾਂ ਦੁਨੀਆ ਵਿੱਚ ਜਿੰਨੀ ਪਾਵਰ ਸਾਡੇ ਕੋਲ ਹੈ, ਉਹਦੇ ਤੋਂ ਵੱਧ ਪਾਵਰ ਵਾਲਾ ਆ ਜਾਏ ਤੇ ਉੱਥੇ ਜ਼ੋਰ ਚੱਲਦਾ ਹੈ? ਨਹੀਂ ਚੱਲਦਾ ਜ਼ੋਰ। ਇਸੇ ਤਰ੍ਹਾਂ ਸਭ ਕਹਿੰਦੇ ਜਿੱਥੇ ਜ਼ੋਰ ਚਲਾਉਣਾ ਸੀ ਹਿਮਾਜੂ, ਉੱਥੇ ਚੱਲਿਆ ਨਹੀਂ, ਇੱਥੇ ਜ਼ੋਰ ਚਲਾਉਣਾ ਹੈ। ਤੇ ਉਸ ਵੇਲੇ ਚਰਨਾਂ 'ਚ ਢਹਿ ਗਿਆ। ਜੇ ਹਿਮਾਜੂ ਵਰਗਾ ਢਹਿ ਗਿਆ ਤੇ ਫਿਰ ਅਸੀਂ ਕੀ ਹਾਂ? ਜਹਾਂਗੀਰ ਨੇ ਜ਼ੋਰ ਚਲਾ ਦਿੱਤਾ, ਪਰ ਬਾਅਦ ਵਿੱਚ ਪਤਾ ਲੱਗਾ ਨਹੀਂ ਮੇਰਾ ਜ਼ੋਰ ਤੇ ਚੱਲ ਹੀ ਨਹੀਂ ਸਕਦਾ। ਗੁਰੂ ਹਰਗੋਬਿੰਦ ਸਾਹਿਬ ਅੱਗੇ ਢਹਿ ਗਿਆ। ਅਕਬਰ ਨੂੰ ਸਮਝ ਆਈ, ਉਹ ਵੀ ਢਹਿ ਗਿਆ। ਸ਼ਾਹਜਹਾਂ ਦਾ ਵੀ ਇੱਕ ਦਿਨ ਜ਼ੋਰ ਕੰਮ ਨਹੀਂ। ਇਹ ਗੱਲਾਂ ਆਪ ਜੀ ਨਾਲ ਪਿਛਲੇ ਦਿਨੀ ਸਾਂਝੀਆਂ ਕੀਤੀਆਂ ਹੋਈਆਂ ਨੇ, ਪਰ ਅੱਜ ਦਾ ਵਿਸ਼ਾ ਇਹ ਹੈ। ਸ਼ਾਹਜਹਾਂ ਨੇ ਕਿੰਨਾ ਜ਼ੋਰ ਚਲਾਇਆ ਗੁਰੂ ਹਰਗੋਬਿੰਦ ਸਾਹਿਬ ਅੱਗੇ। ਉਹੀ ਗੁਰੂ ਨਾਨਕ ਸਾਹਿਬ ਅੱਗੇ ਸਿਰ ਨਿਵਾ ਕੇ ਤੇ ਰੋਂਦਾ ਨਜ਼ਰ ਆਉਂਦਾ ਹੈ ਕਿ ਗੁਰੂ ਨਾਨਕ ਸਾਹਿਬ ਮੈਨੂੰ ਬਖਸ਼ ਦਿਓ ਜੇ। ਗੁਰੂ ਹਰਰਾਏ ਸਾਹਿਬ ਜੀ ਦੇ ਦਰਬਾਰ ਵਿੱਚ ਉਹ ਜਿਹੜੀ ਚਿੱਠੀ ਲਿਖੀ ਸੀ, ਰੋ ਕੇ ਲਿਖੀ ਸੀ ਕਿ ਮੇਰਾ ਜ਼ੋਰ ਚੱਲਦਾ ਰਿਹਾ, ਪਰ ਅੱਜ ਮੇਰੇ ਵਿੱਚ ਇੰਨਾ ਜ਼ੋਰ ਨਹੀਂ ਕਿ ਮੈਂ ਚਲਾ ਸਕਾਂ। ਔਰੰਗਜ਼ੇਬ ਪੈ ਗਿਆ ਮੰਜੇ ਤੇ, ਕਿੰਨਾ ਜ਼ੋਰ ਚਲਾਇਆ, ਤਿਲਕ ਵੀ ਮਿਟਾਇਆ, ਜੰਜੂ ਵੀ ਮਿਟਾਇਆ, ਕਿੰਨੇ ਧਰਮ ਅਸਥਾਨ ਵੀ ਉਹਨੇ ਮੁੱਤੜਵਾ ਦਿੱਤੇ, ਆਪਣਾ ਜ਼ੋਰ ਚਲਾਇਆ। ਜਿੱਦਣ ਗੁਰੂ ਤੇਗ ਬਹਾਦਰ ਸਾਹਮਣੇ ਸਾਹਿਬ ਜੀ ਆ ਗਏ, ਫਿਰ ਜ਼ੋਰ ਚੱਲਿਆ ਕੋਈ ਨਾ। ਜਿੱਦਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਲਿਖਿਆ ਜ਼ਫਰਨਾਮਾ ਅੱਖਾਂ ਸਾਹਮਣੇ ਆ ਗਿਆ, ਜ਼ੋਰ ਚੱਲਿਆ ਹੀ ਕੋਈ ਨਹੀਂ, ਉਸੇ ਵੇਲੇ ਢਹਿ ਗਿਆ। ਜੇ ਬੜੇ ਬੜੇ ਹੰਕਾਰੀਆਂ ਦੇ ਹੰਕਾਰ ਟੁੱਟ ਗਏ ਤੇ ਫਿਰ ਅਸੀਂ ਕੀ ਹਾਂ? ਇਸ ਲਈ ਸਮਝ ਕੇ ਚੱਲੀਏ, ਜਿੰਨੀ ਮਾਲਕ ਨੇ ਸਾਨੂੰ ਪਾਵਰ ਦਿੱਤੀ ਉਹਦਾ ਮਾਣ ਨਾ ਕਰਿਆ ਕਰੀਏ, ਉਹਦਾ ਹੰਕਾਰ ਨਾ ਕਰੀਏ। ਕੋਈ ਪਤਾ ਨਹੀਂ ਕਦ ਕਿਨੇ ਭਿਖਾਰੀ ਨੇ ਰਾਜਾ ਬਣ ਜਾਣਾ ਤੇ ਰਾਜੇ ਨੇ ਭਿਖਾਰੀ ਬਣ ਜਾਣਾ। ਜੇ ਉਹਦੀ ਨਜ਼ਰ ਹੇਠ ਰਵਾਂਗੇ, ਇਹ ਬੇਨਤੀ ਕਰਕੇ ਅਸਾਂ ਜ਼ੋਰ ਨਹੀਂ, ਜੇ ਕਿਛ ਕਰ ਹਮ ਸਾਕੈ ਜਿਉ ਭਾਵੈ ਤਿਵੇਂ ਬਖਸ਼ੇ, ਤਾਂ ਉਹਦੀ ਨਜ਼ਰ ਹੈ। ਤੇ ਜੇ ਬੰਦਾ ਕਹੇਗਾ ਵੀ ਮੇਰੇ ਕੋਲ ਜ਼ੋਰ ਹੈ, ਮੈਂ ਦਿਖਾਣਾ ਦੁਨੀਆ ਨੂੰ, ਨਜ਼ਰ ਉਹ ਪੱਠੀ ਜੇ ਕਰੈ ਸੁਲਤਾਨਾ ਘਾਉ ਕਰਾਏਂਦਾ ਦਰ ਮੰਗਣ ਭਿੱਖ ਨਾ। ਮਹਿਲਾਂ ਦੇ ਵਿੱਚ ਬੈਠਣ ਵਾਲਿਆ ਇੰਨਾ ਜ਼ੋਰ ਨਾ ਚਲਾ, ਕਿਉਂਕਿ ਸੜਕ ਤੇ ਆਉਣ ਲੱਗਿਆਂ ਟਾਈਮ ਕੋਈ ਨਹੀਂ ਲੱਗਣਾ। ਬਹੁਤ ਬਲ ਤੇ ਤਾਕਤ ਦਾ ਮਾਣ ਰੱਖਣ ਵਾਲਿਆ, ਤੂੰ ਇੰਨਾ ਮਾਣ ਨਾ ਕਰ, ਜ਼ੋਰ ਨਾ ਕਰ, ਧੱਕਾ ਨਾ ਕਰ, ਕਿਸੇ ਨਾਲ ਜ਼ੁਲਮ ਨਾ ਕਰ, ਕਿਉਂਕਿ ਤੇਰੇ ਅੰਦਰ ਦੀ ਪਾਵਰ ਨੂੰ ਖਿੱਚਦਿਆਂ ਟਾਈਮ ਕੋਈ ਨਹੀਂ ਲੱਗਣਾ। ਇਸ ਲਈ ਦੋ ਅਵਸਥਾਵਾਂ ਨੇ, ਇੱਕ ਗੁਰਮੁਖ ਦੀ ਤੇ ਇੱਕ ਮਨਮੁਖ ਦੀ। ਮਨਮੁਖ ਆਪਣਾ ਜ਼ੋਰ ਚਲਾਉਣਾ ਚਾਹੁੰਦਾ ਹੈ, ਆਪਣੀ ਤਾਕਤ ਦੁਨੀਆ ਨੂੰ ਦਿਖਾਉਣਾ ਚਾਹੁੰਦਾ ਹੈ, ਤੇ ਗੁਰਮੁਖ ਕੋਲ ਇੰਨੀ ਪਾਵਰ ਹੈ, ਉਹ ਤਾਣ ਹੁੰਦਿਆਂ ਵੀ ਨਿਤਾਣਾ ਹੋ ਕੇ ਰਹਿੰਦਾ ਹੈ। ਉਹ ਦੁਨੀਆ ਨੂੰ ਆਪਣਾ ਬਲ, ਆਪਣੀ ਤਾਕਤ ਨਹੀਂ ਵਿਖਾਉਂਦਾ। ਗੁਰੂ ਅਰਜਨ ਦੇਵ ਜੀ ਦਿਖਾਉਣਾ ਚਾਹੁੰਦੇ, ਬੜਾ ਕੁਝ ਦਿਖਾ ਸਕਦੇ ਨੇ, ਪਰ ਉਹ ਤਾਣ ਹੁੰਦਿਆਂ ਵੀ ਨਿਤਾਣੇ ਹੋ ਕੇ ਬੈਠੇ ਨੇ। ਤਤੀ ਤਵੀ ਸਬਰ ਦੀ ਵੀ ਕੋਈ ਹੱਦ ਹੁੰਦੀ ਹੈ, ਕੋਈ ਸਬਰ ਦੀ ਵੀ ਹੱਦ ਹੁੰਦੀ। ਬੰਦਾ ਕਹਿੰਦਾ ਵੀ ਹੁਣ ਮੇਰਾ ਸਬਰ ਜਿਹੜਾ ਤੂੰ ਇਹ ਨਾ ਦੇਖ, ਜਿੱਦਣ ਸਬਰ ਟੁੱਟ ਗਿਆ ਉਦਣ ਕੀ ਹੋਣਾ ਹੈ। ਪੰਜਵੇਂ ਜਾਮੇ ਤੱਕ ਸਬਰ ਦਿਖਾਇਆ, ਜਦੋਂ ਦੇਖਿਆ ਵੀ ਇਹਨਾਂ ਨੂੰ ਭੁਲੇਖਾ ਪੈ ਗਿਆ ਵੀ ਇਹਨਾਂ ਕਰਨਾ ਕੁਛ ਨਹੀਂ, ਫਿਰ ਗੁਰੂ ਹਰਗੋਬਿੰਦ ਸਾਹਿਬ ਨੇ ਸ਼ਸਤਰ ਧਾਰੀ ਹੋ ਕੇ ਦਿਖਾ ਦਿੱਤਾ ਨਾ ਕਿ ਤੁਸੀਂ ਐਵੇਂ ਭੁਲੇਖਾ ਪਾ ਕੇ ਬਹਿ ਗਏ ਵੀ ਇਹਦੇ ਪੱਲੇ ਕੁਛ ਨਹੀਂ, ਇਹਦੇ ਕੋਲ ਹੁਣ ਹਾਥੀ ਸਾਹਮਣੇ ਕੀੜੀ ਆ ਜਾਏ ਤੇ ਹਾਥੀ ਤੇ ਛਾਲਾਂ ਮਾਰਦਾ, ਵੀ ਇਹਨੇ ਕੀ ਕਰਨਾ ਹੈ? ਨਿੱਕੀ ਜਿਹੀ ਕੀੜੀ ਨੇ ਮੇਰਾ ਕੀ ਵਿਗਾੜ ਲੈਣਾ ਹੈ? ਮੈਂ ਤੇ ਇਹਨੂੰ ਪੈਰ ਥੱਲੇ ਜੇ ਮਸਲ ਵੀ ਦਿਆਂ ਤੇ ਇਹਦਾ ਪਤਾ ਕੋਈ ਨਹੀਂ ਲੱਗਣਾ ਕਿੱਧਰ ਗਿਆ। ਪਰ ਨਹੀਂ, ਉਸ ਕੀੜੀ ਨੇ ਪਤਾ ਨਹੀਂ ਹਾਥੀ ਦੀ ਜਾਨ ਲੈ ਲੈਣੀ ਹੈ। ਨਿੱਕੀ ਜਿਹੀ ਕੀੜੀ ਵੀ ਕਿਤੇ ਉਹਦੀ ਸੁੰਡ ਵਿੱਚ ਚਲੀ ਜਾਏ ਨਾ, ਏਡਾ ਵੱਡਾ ਹਾਥੀ ਵੀ ਉਹਨੇ ਪਟਕਾ ਕੇ ਜ਼ਮੀਨ ਤੇ ਮਾਰਨਾ। ਕਦੇ ਆਪਣੀ ਪਾਵਰ ਦਾ ਜ਼ੋਰ, ਆਪਣਾ ਜਿਹੜਾ ਉਹ ਤਾਕਤ ਦਾ ਜ਼ੋਰ ਨਾ ਦਿਖਾਉਣ ਦਾ ਯਤਨ ਕਰੀਏ, ਕਿਉਂਕਿ ਜਿੱਦਣ ਉਹਨੇ ਸਾਹਮਣੇ ਵਾਲੇ ਵਿੱਚ ਜ਼ੋਰ ਭਰ ਦਿੱਤਾ, ਸਾਡਾ ਜ਼ੋਰ ਕੋਈ ਨਹੀਂ ਚੱਲਣਾ। ਆਪ ਸਾਰੇ ਇਤਿਹਾਸ ਤੋਂ ਵਾਕਫ ਹੋ। ਪੰਜੋਖਰਾ ਸਾਹਿਬ ਪੰਡਤ ਕਹਿੰਦਾ ਸੀ ਮੇਰੇ ਕੋਲ ਵਿਦਵਤਾ ਦਾ ਜ਼ੋਰ ਹੈ, ਤੇ ਜਿੱਦਣ ਗੁਰੂ ਸਾਹਿਬ ਨੇ ਛੱਜੂ ਚੀਵਰ ਤੋਂ ਅਰਥ ਕਰਾਏ ਤੇ ਕਿੱਥੇ ਗਿਆ ਉਹਦਾ ਜ਼ੋਰ, ਕਿੱਥੇ ਗਈ ਉਹਦੀ ਤਾਕਤ, ਕਿੱਥੇ ਗਿਆ ਉਹਦਾ ਤੇਜ਼ ਦਿਮਾਗ?
फेल हो गया वो गुरु हरकृष्ण साहब जी दे अगे। इसलिए औरंगजेब किन्नी बार कोशिश करता रहा गुरु हरकृष्ण साहब दे जिहड़े वो दर्शन करन वास्ते जां वेखण वास्ते कि 5 सालां दा बालक चबर छतर दा मालक किवें बन सकदा है, पर जोर ला लिया वो गुरु हरकृष्ण साहब दा दर्शन नहीं कर सकिया। हालांकि दिल्ली ओदी है, पावर ओदी है, वो दिल्ली विच जिन्नी मर्जी अपनी पावर दिखा के गुरु हरकृष्ण साहब कोल पहुंच सकदा सी। पूरी दिल्ली दे विच बादशाह होण दे बावजूद भी वो गुरु हरकृष्ण साहब दा दर्शन नहीं कर सकिया। इसलिए सानू उहदे भै विच चलना चाहिए, सानू उहदे हुक्म विच चलना चाहिए। जे उन्हें हुक्म इस तरह नज़र वो पट्ठी वाला कर दिता तो फिर साडा जोर कोई नहीं चलना। अज भी जिहड़े हुक्मरान अपना जोर चला के आ पाप कमा रहे ने, आ जिहड़ा जबरदस्ती कर रहे ने, इन्हां नूं समझ जाना चाहिए कि जिस दिन जवाब उस खुदा ने मंगिया उस दिन साडा की हाल होएगा। उस दिन फिर सानू किसी ने नहीं बचाउणा। अज तां बचा करन वाले बड़े आ जाणगे, क्योंकि हर एक नूं खरीद सकते हैं। राजनीतिक तल ते खरीद लो, समाजिक तल ते खरीद लो, इत्थों तक के धार्मिक तल ते भी खरीद लो, और खरीदे भी जाते हैं, कोई शक नहीं। पर जिस दिन उन्हें जवाब मंगना उस दिन किनू खरीदोगे? उस दिन तक कुछ भी किसी नूं भी खरीदिया नहीं जा सकता। गल समझण दी है, गुरबाणी समझण दा विषा है। इनू जिन्ना मर्जी रज रज पढ़ो, पर नाल नाल समझ के चलांगे ते हंकार नहीं रहेगा। उत्थे फिर इक्को ही बोल निकलेगा, तेरा कीता जातो नाही मैनू जोग, की तोई मैं निर्गुण आरे को गुण नाही आपे तरस प्योई। बड़ियां ने विचारां करन वास्ते भाई तारू सिंह दा खोपर जोर नाल ला रहे हैं, पर कि उन्होंने इस्लाम विच लियांदा जोर पा के? पूरी ताकत लग गई उन्हां दी, खोपर तां लै गया, पर भाई तारू सिंह नूं इस्लाम विच नहीं लिया सके। भाई मनी सिंह दा बंद बंद कट्टण वाला जोर ते उन्होंने एक ध्यान रखियो, शरीर ते जोर चला सकते हो, आत्मा ते जोर किवें चलाओगे? शरीर ते तां तुसीं जोर चला दिता अपना, पर जिहड़ी अंदर दी रूह है उहदे ते तुहाडा जोर किवें चलेगा? भाई मनी सिंह दा बंद बंद कट्टण दा वो जोर विखाई रहा अपना, हुक्मरान ने अपना जोर दिखा दिता, जिहड़ा वो कट्टण वाला वो अपना जोर दिखाउंदा है, ते भाई मनी सिंह हस के कहंदे आ शरीर ते ही जोर दिखा सकदा है, आत्मा ते नहीं दिखा सकदा। अंदरों तू मैनू मुसलमान नहीं बना सकदा। साहिबजादे नीहां विच दीवार विच चिणे जांदे पए आ, वो मुस्करा रहे ने, कह रहे ने वजीर खां सरकार तेरी है, सरकार तेरी, दरबार तेरा, बंदे तेरे ने, ये सरहंद तेरी है, पर ध्यान रख तू दीवार विच तां चिण सकदा है, पर साडी रूह ते जोर नहीं चला सकदा। तू शरीर नूं तां अपने कब्जे विच लै सकदा, रूह नूं किवें लएगा? उत्थे तेरा जोर कोई नहीं चलना। तू जो सानू बाहरों जिन्ना तू डराउणा डरा लै, पर तू सानू आत्मक तल ते नहीं डरा सकदा। तू साडा ईमान नहीं खरीद सकदा, तू साडा धर्म नहीं खरीद सकदा, तू साडी इंसानियत नहीं खरीद सकदा। इसलिए पूरा जोर लाया ते की वो खरीद लिया? जोर लाउण वाले दा अज सरहंद विच नाम ही कोई नहीं है, ते जिन्हां ने जोर सह लिया अज लखां लोग उत्थे जाके सिजदा करदे ने। हर एक दी भावना हुंदी है भी एक बार असीं जरूर सरहंद जाइए। आ चमकौर दी जंग दा इतिहास चल रहा है, लखां जाने जोर ला रहे ने, वो अपना जोर ला के भी गड़ी दे अंदर तक नहीं पहुंच पा रहे, क्योंकि अंदर बल वाला ताकत वाला वो बादशाह दरवेश गुरु गोबिंद सिंह जी बैठे हैं। लखां ने, हुण लखां प्राणी ने ते उन्हां दीयां बाहां किन्नियां ने? जे 10 लाख है ते समझ लो 20 लाख ते बाहां ही ने। इन्नियां बाहां दा जोर चलदा है, पर उस गड़ी दे अंदर किसी दी हिम्मत नहीं पै रही कि अंदर चला जाए, उत्थे जोर नहीं चलना। इसलिए सानू ये समझ के चलिए, अज जिहड़ी पौड़ी है ये गुरमुख वास्ते है। जिन्हों समझ आ गई, ते जिन्हों समझ आई उन्हें की आख्या? फिर उन्हें फिर अज दे इस पावन बचना दा ही आख्या, आखण जोर चुप न जोर। जोर ताकत,
हे मेरे मालिका, मेरे विच इन्ना जोर नहीं कि कुछ मैं आख सकां, क्योंकि मैं बुलाया तेरा बोलदा हुण। जो तू मेरे कोलों बुलवाएगा मैं उही कुछ बोलांगा, जिथे तू मेरे कोलों चुप करवा देगा मैं उत्थे ही चुप। एक गल होर ध्यान च रखियो, वो विशा होर है, चुप है चुप ना हो गई, वो कर्म कांडा वाला विषय है। ये हुक्म मनण वाला है, ये भै दे विच चलण वाला है, ये उस रब जी दे भै विच चलण वाला ये पावन बचन है कि ना मेरे विच इन्ना जोर है कि कुछ मैं आख सकां, ना मेरे विच इन्ना जोर है कि मैं चुप रह सकां। ये सारा बल मालिक जी तुहाडा दिता है। जोर ना मंगण देण ना जोर। एक गल ध्यान च रखियो, ये जिन्ना तुसीं सुन रहे हो जां पाठ करदे हो ते उत्थे ध्यान रखियो, आखण दे नाणे नूं सिहारी है, मंगण दे नाणे नूं सिहारी है, देण दे नाणे नूं सिहारी है। ਇਹਦਾ मतलब है मंगण विच ते कुछ देण विच, चुप कर जाण दे विच जां कुछ बोलण विच मेरा कोई जोर नहीं है। असा जोर नहीं, मेरे विच कोई जोर नहीं, ये सब तुहाडी किरपा तुहाडी रहमत है। इसलिए मालिक जी मेरे विच ये भी जोर नहीं कि कुछ मैं धक्के नाल मंग सकां, कोई मैं जिहड़ा वो जोर धक्के नाल, क्योंकि मन हठ किने ना पायो, मन हठ किने ना पाया, सब थके कर्म कमाए। कोई अपने जोर नाल कवे मैं आ मंग सकदा, मैं आ मंग सकदा, नहीं। इसलिए साहब कहंदे ना मंगण दे विच जोर, ना देण विच कुछ जोर है। मैं किसे नूं की दे सकदा, मेरे विच इन्नी की हिम्मत की पावर है कि मैं कुछ दे सकां। एक भुलेखा होर आपां कढदे चलीए, जिस घर च आए हां आपां गुरु नूं की दे सकदे हां। साडे विच इन्नी पावर कित्थों आ गई कि मैं गुरु नूं कुछ दे देवां। मैं गुरु नूं देण जोगा कदों दा हो गया? मैं ते इत्थे दा भिखारी हां, मंगता हां, ते मेरे विच इन्ना जोर कित्थों आ गया मैं गुरु नूं कुछ दे दियां। मैं परमात्मा नूं की देण जोगा? कुछ नहीं देण जोगा। ये सब कुछ बख्शिश ओदी दित्ती हुई है। जे किसे नूं मेरे हत्थां चों कुछ दिता जांदा है ते ये मेरा नहीं है, ये उस मालक दा दिता होया। मैं तो एवें विच आके हंकार दा पात्र बन जाना भी मैं देना, मैं दिता, मैं आ कीता। जब ये जाने मैं किछ करता, ठीक महाराज कहंदे ठीक है, फिर तब लग गर्भ जोन मैं फिरता, फिर फिरदा रहे गर्भ जोन विच। पर जिस गुरमुख नूं इत्थे तक बाणी दा अभ्यास करदियां समझ आ गई, उत्थे फिर हंकार विच नहीं कहंदा वो कुछ। वो कहंदा महाराज जी ना मेरा जोर चुप रहण च, ना बोलण विच, ना मंगण दे विच, ते ना कुछ देण विच मेरा जोर चलदा है। जोर ना जीवन मरण नह जोर। जीवन दे भी नाणे नूं सिहारी, जीवन विच आ जिहड़ी जिंदगी मैं जियो रिहा हां, जोर ना, मेरा कोई जोर नहीं है, कोई जोर नहीं है। जन्म विच मेरा कोई जोर नहीं है। कईयां दी प्लैनिंग हुंदी है कि मैं अपने बच्चे नूं जन्म इस महीने विच चाहुंदा मेरे बच्चे दा जन्म होवे, जां इस थां ते जन्म मेरे बच्चे दा होवे। ये ते टाइम ते ही पता लगदा है। आम तौर ते आपां 9 महीने दा समा लैके चलदे हां, पर कई वारी 8वें महीने विच ही खेड़ बन जांदी है। कई वारी असीं कहने आ भी आह थां ते जन्म, पर जन्म मौके ते पता लगदा भी किहड़ी थां ते जन्म होना है। हुण बंदा कि मौत की भी आपां गल करिए, ये भी कोई नहीं पता क्या जानना किव मरेंगे कैसा मरना, क्योंकि साडा जोर थोड़ी चलना है उत्थे। जोर ते उस मालिक दा है। ना साडा जन्म विच, जीवन विच, ते ना मरण दे विच साडा जोर है। ये किनू समझ आई? गुरमुख नूं समझ आई। हुण जीवन और मरण दे विचकार जिहड़ी जिंदगी है वो फिर उहदे भै विच जिउंदा है, उहदे हुक्म विच जिउंदा है। क्योंकि जिस दिन उहदा सद्दा आ गया उत्थे मेरा जोर नहीं चलना। मलकल मौत जां आवसी सब दरवाजे भन्न, तिन्हां प्यारियां भाइयां अगे दिता बन। वेखो बंदा चलिया चौं जणियां दे, वो जिहड़ा अपना जोर दिखाउंदा सी ना सारी उम्र, अखीर नूं अपने पैरां ते भी नहीं तुर सकिया। ਉਹਨੂੰ भी 4 ਮੋਢਿਆਂ ਦੀ ਲੋੜ ਪੈ ਗਈ। ਕਿੱਥੇ ਗਿਆ जोर? सारी उम्र अपना जोर दिखाउंदा रिहा, दिखाउंदा रिहा, दिखाउंदा रिहा। अंत समय इन्ना जोगा भी नहीं, 4 बंदे फिर मोढे ते रख के ले जांदे ने।
ਕਈਆਂ ਦੀ ਤਾਂ ਘਟਨਾ ਐਸੀ ਵਾਪਰ ਜਾਂਦੀ ਹੈ ਕਈ ਵਾਰ ਕਿ ਉਹਨਾਂ ਨੂੰ 4 ਮੋਢਿਆਂ ਦੀ ਵੀ ਲੋੜ ਨਹੀਂ ਪੈਂਦੀ ਮਾਫ ਕਰਨਾ। ਕਈ ਵਾਰੀ ਦੁਰਘਟਨਾ ਐਸੀ ਹੋ ਜਾਂਦੀ ਹੈ ਕਿ 4 ਬੰਦਿਆਂ ਦੇ ਜੋਗਾ ਵੀ ਨਹੀਂ ਉਹ ਰਹਿ ਜਾਂਦਾ, ਉਹ ਸਭ ਸਰੀਰ ਦੇ ਪਾਰਟ ਖਿੱਲਰ ਜਾਂਦੇ ਨੇ। ਕਿੱਥੇ ਗਿਆ ਜ਼ੋਰ? ਅਸੀਂ ਐਵੇਂ ਹੰਕਾਰ ਦੇ ਵਿੱਚ ਆਪਣਾ ਜ਼ੋਰ ਦੁਨੀਆ ਨੂੰ ਨਾ ਦਿਖਾਉਂਦੇ ਫਿਰੀਏ। ਇੱਕ ਟਾਈਮ ਆਏਗਾ ਜਿੱਥੇ ਸਾਡਾ ਜ਼ੋਰ ਨਹੀਂ ਚੱਲਣਾ। ਇਸ ਲਈ ਮਹਾਰਾਜ ਜੀ ਕਹਿੰਦੇ ਇਹ ਗੁਰਮੁਖ ਨੂੰ ਸਮਝ ਆ ਗਈ ਤੇ ਉਹ ਕਹਿੰਦਾ ਜ਼ੋਰ ਨ ਜੀਵਨ ਮਰਨ ਨ ਜ਼ੋਰ। ਨਾ ਮੇਰਾ ਜੀਵਨ ਵਿੱਚ ਜ਼ੋਰ, ਨਾ ਮਰਨ ਦੇ ਵਿੱਚ ਜ਼ੋਰ। ਇਹ ਮਾਲਕ ਜੀ ਇਹ ਸਾਰੀ ਡੋਰ ਤੇਰੇ ਹੱਥ ਵਿੱਚ ਹੈ। ਇਹ ਸਾਰਾ ਕੁਝ ਤੇਰੇ ਹੱਥ, ਪਾਵਰ ਤੇਰੇ ਹੱਥ ਵਿੱਚ ਹੈ। ਸਾਡਾ ਇੱਥੇ ਜ਼ੋਰ ਨਹੀਂ ਚੱਲਦਾ। ਜੋਰ ਨਾ ਰਾਜ ਮਾਲ ਮਨ ਸੋਰ। ਇਸ ਪੰਕਤੀ ਨੂੰ ਥੋੜਾ ਸਮਝਣਾ, ਸਾਵਧਾਨ, ਥੋੜਾ ਸੁਚੇਤ ਹੋ ਕੇ। ਕਹਿੰਦੇ ਜ਼ੋਰ ਨਾ ਰਾਜ ਮਾਲ ਮਨ ਸ਼ੋਰ। ਰਾਜ ਦੇ ਜੱਜੇ ਨੂੰ ਸਿਆਰੀ ਰਾਜ ਵਿੱਚ, ਮਾਲ ਦੇ ਲੱਲਾ ਜਿਹੜਾ ਉਹਨੂੰ ਸਿਆਰੀ ਮਾਲ ਵਿੱਚ। ਜਿਹੜਾ ਰਾਜ ਦਾ ਮਾਲ ਹੈ, ਜਿਹੜਾ ਰਾਜ ਦਾ ਧਨ ਪਦਾਰਥ ਹੈ, ਜਿਹੜਾ ਰਾਜ ਭਾਗ ਹੈ ਤੇ ਉਹਦੇ 'ਚ ਧਨ ਮਾਲ ਵੀ ਹੈ ਨਾ। ਕਹਿੰਦੇ ਇਹ ਜਿਹੜਾ ਰਾਜ ਦਾ ਮਾਲ, ਰਾਜ ਦਾ ਜੋ ਵੀ ਮੇਰੇ ਕੋਲ ਹੈ, ਮਨ ਨੰਨੇ ਨੂੰ ਸਿਆਰੀ ਮਨ ਵਿੱਚ, ਇਹਦਾ ਜਿਹੜਾ ਸ਼ੋਰ ਮਚਿਆ ਹੋਇਆ ਹੈ, ਰਾਜ ਭਾਗ ਦਾ, ਰਾਜ ਮਾਲ ਦਾ ਜਿਹੜਾ ਕਹਿੰਦੇ ਸ਼ੋਰ ਮੇਰੇ ਮਨ ਵਿੱਚ ਮਚਿਆ ਹੋਇਆ ਹੈ, ਮੇਰੇ ਵਿੱਚ ਇੰਨੀ ਪਾਵਰ ਨਹੀਂ ਕਿ ਅੰਦਰ ਦੇ ਸ਼ੋਰ ਨੂੰ ਸ਼ਾਂਤ ਕਰ ਸਕਾਂ। ਅੰਦਰ ਜਿਹੜਾ ਮੇਰੇ 24 ਘੰਟੇ ਕਲੇਸ਼ ਚੱਲਦਾ ਪਿਆ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ, ਮੇਰੇ 'ਚ ਇੰਨੀ ਪਾਵਰ ਨਹੀਂ ਮੈਂ ਉਹਨੂੰ ਅੰਦਰ ਦੇ ਕਲੇਸ਼ ਨੂੰ ਖਤਮ ਕਰ ਸਕਾਂ। ਨਹੀਂ ਹੈ ਮੇਰੇ 'ਚ ਪਾਵਰ। ਫਿਰ ਗੁਰੂ ਸਾਹਿਬ ਕਹਿੰਦੇ ਮੁੱਕੇਗਾ ਤੇਰਾ ਕਲੇਸ਼। ਜਿਹਦੇ ਹੱਥ ਪਾਵਰ ਹੈ ਉਹਨੂੰ ਸਿਮਰਨਾ ਸ਼ੁਰੂ ਕਰ ਦੇ। ਜਿਹਦੇ ਹੱਥ ਪਾਵਰ ਹੈ ਉਹਦੇ ਨਾਮ ਦਾ ਸਿਮਰਨ ਕਰ, ਤੇਰੇ ਅੰਦਰ ਦਾ ਵੀ ਸ਼ੋਰ ਮੁੱਕ ਜਾਏਗਾ, ਬਾਹਰ ਦਾ ਵੀ ਸ਼ੋਰ ਮੁੱਕ ਜਾਏਗਾ। ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ। ਕਲ ਕਲੇਸ਼ ਲੋਭ ਮੋਹ ਮਹਾ ਭਵਜਲ ਤਾਰੇ। ਕਲ ਕਲੇਸ਼ ਜਿਹੜਾ ਅੰਦਰ ਸ਼ੋਰ ਮਚਿਆ ਹੋਇਆ ਹੈ, ਜਿਹੜਾ ਅੰਦਰ ਰੋਲਾ ਪੈਂਦਾ ਪਿਆ 24 ਘੰਟੇ। ਅਸੀਂ ਅੰਦਰੋਂ ਵੀ ਪਰੇਸ਼ਾਨ ਆ, ਬਾਹਰੋਂ ਵੀ ਪਰੇਸ਼ਾਨ ਆ। ਤੇ ਬੜੀ ਵਾਰ ਆਪ ਜੀ ਨਾਲ ਸਾਂਝ ਪਾਈ, ਮਹਾਰਾਜ ਜੀ ਕਹਿੰਦੇ ਘਰ ਸੁਖ ਵਸਿਆ ਬਾਹਰ ਸੁਖ ਪਾਇਆ। ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਗੁਰੂ ਨੇ ਜਿਹੜਾ ਉਪਦੇਸ਼ ਦਿੱਤਾ ਉਹਨੂੰ ਦ੍ਰਿੜ ਕਰ। ਗੁਰੂ ਸਾਹਿਬ ਜੀ ਕਹਿੰਦੇ ਸਿਮਰੋਂ ਸਿਮਰ ਸਿਮਰ ਸੁਖ ਪਾਵੋਂ ਕਲ ਕਲੇਸ਼। ਤਨ ਮਾਹੇ, ਤਨ ਮਾਹੇ, ਤਨ ਦੇ ਵਿੱਚ ਕੀ ਹੈ? ਮਨ। ਮਨ ਦੇ ਵਿੱਚ ਜਿਹੜਾ ਸ਼ੋਰ ਮਚਿਆ ਹੋਇਆ ਹੈ, ਤੇਰੇ ਅੰਦਰ ਜਿਹੜਾ ਸ਼ੋਰ ਹੈ ਨਾ, ਉਹਨੂੰ ਦੂਰ ਕਰਨ ਲਈ ਤੇਰੇ ਕੋਲ ਉੱਥੇ ਧਨ ਕੰਮ ਨਹੀਂ ਆਉਣਾ, ਉੱਥੇ ਆ ਬਾਹਾਂ ਦੀ ਤਾਕਤ ਕੰਮ ਨਹੀਂ ਆਉਣੀ, ਉੱਥੇ ਕੋਈ ਸ਼ਸਤਰ ਕੰਮ ਨਹੀਂ ਆਉਣਾ। ਉੱਥੇ ਕੋਈ ਬੰਦਾ ਕਹਿੰਦਾ ਵੀ ਮੇਰੇ ਕੋਲ ਆ ਸ਼ਸਤਰ ਹੈ, ਮੈਂ ਜ਼ੋਰ ਦਿਖਾ ਕੇ ਤੈਨੂੰ ਗੋਲੀ ਨਾਲ ਮਾਰ ਸਕਦਾ, ਤਲਵਾਰ ਨਾਲ ਮਾਰ ਸਕਦਾ, ਤੀਰ ਨਾਲ ਮਾਰ ਸਕਦਾ, ਪਰ ਜਿਹੜਾ ਅੰਦਰ ਸ਼ੋਰ ਮਚਿਆ ਉਹਨੂੰ ਕਿਹਦੇ ਨਾਲ ਮਾਰੋਗੇ? ਮੇਰੀਆਂ ਬਾਹਾਂ 'ਚ, ਮੇਰੇ ਡੋਲਿਆਂ 'ਚ ਇੰਨੀ ਤਾਕਤ ਹੈ, ਮੈਂ ਕਿਸੇ ਨੂੰ ਵੀ, ਕਿਸੇ ਦਾ ਵੀ ਗਲ ਘੋਟ ਸਕਦਾ। ਤੇ ਜਿਹੜੇ ਅੰਦਰ ਸ਼ੋਰ ਮਚਿਆ ਉਹਨਾਂ ਦਾ ਗਲ ਕਿਵੇਂ ਘੋਟੋਗੇ? ਜਿਹੜਾ ਅੰਦਰ ਜ਼ੋਰ ਪਿਆ ਹੋਇਆ, ਰੋਲਾ ਪਿਆ, ਉਹਨੂੰ ਕਿਵੇਂ ਸ਼ਾਂਤ ਕਰੋਗੇ? ਨਹੀਂ ਹੋ ਸਕਦਾ ਬੰਦਿਆ। ਤੂੰ ਬਾਹਰੋਂ ਤੇ ਜ਼ੋਰ ਪਾ ਸਕਦਾ, ਅੰਦਰ ਕਿਵੇਂ? ਤੇਰੇ ਆਪਣੇ ਤੇ ਆਪਣਾ ਜ਼ੋਰ ਨਹੀਂ ਚੱਲਦਾ। ਇਹ ਗੱਲ ਸਮਝ ਕੇ ਚੱਲਣਾ ਪੈਣਾ ਹੈ। ਇਹ ਵਾਹਿਗੁਰੂ ਜੀ, ਜ਼ੋਰ ਨ ਰਾਜ ਮਾਲ ਮਨ ਸ਼ੋਰ। ਮਨ ਵਿੱਚ ਜਿਹੜਾ ਸ਼ੋਰ ਮਚਿਆ ਰਾਜ ਮਾਲ ਦਾ, ਜਿਹੜਾ ਮੈਂ ਇਸ ਰਾਜ ਮਾਲ ਦੇ ਵਿੱਚ ਫਸਿਆ ਪਿਆ, ਜੰਜਾਲ ਦੇ ਵਿੱਚ, ਇਹ ਸ਼ੋਰ ਮੇਰੇ ਅੰਦਰੋਂ ਮੁੱਕ ਜਾਏ, ਇਹ ਸ਼ਾਂਤ ਹੋ ਜਾਏ। ਮੇਰੇ ਵਿੱਚ ਇੰਨੀ ਪਾਵਰ ਨਹੀਂ ਹੈ। ਜੋਰ ਨਾ ਸੁਰਤੀ ਗਿਆਨ ਵਿਚਾਰ। ਮੇਰੇ ਵਿੱਚ ਇੰਨਾ ਜ਼ੋਰ ਵੀ ਨਹੀਂ ਕਿ ਮੈਂ ਆਪਣੇ ਅੰਦਰ ਸੁਰਤੀ ਜਾਗਰਤਾ ਆ ਲਿਆ ਸਕਾਂ, ਤੇ ਮੇਰੇ ਵਿੱਚ ਇੰਨਾ ਜ਼ੋਰ ਨਹੀਂ ਕਿ ਮੈਂ ਆਪਣੇ ਆਪ ਵਿੱਚ ਗਿਆਨਵਾਨ ਹੋ ਸਕਾਂ, ਤੇ ਮੈਂ ਆਪਣੇ ਆਪ ਵਿੱਚ ਵਿਚਾਰਵਾਨ ਹੋ ਸਕਾਂ। ਮੇਰੇ ਵਿੱਚ ਇੰਨਾ ਜ਼ੋਰ ਨਹੀਂ। ਤਾਂ ਹੀ ਤੇ ਇੱਥੇ ਆ ਕੇ ਬੇਨਤੀ ਕਰਨੀ ਹੈ, ਗਿਆਨ ਧਿਆਨ ਕਿਛ ਕਰਮ ਨ ਜਾਣਾ, ਨਾਹਿਨ ਨਿਰਮਲ ਸਾਧ ਸੰਗਤ ਕੈ ਅੰਚਲ ਲਾਗੋ, ਬਿਕਮ ਨਦੀ ਜਾਹੇ। ਇਹ ਕਿਉਂ ਕਰਨੀ ਹੈ? ਕਿਉਂਕਿ ਸਾਡੇ 'ਚ ਇੰਨਾ ਜ਼ੋਰ ਨਹੀਂ ਕਿ ਅਸੀਂ ਉਹ ਬ੍ਰਹਮ ਦਾ ਗਿਆਨ ਲੈ ਸਕੀਏ।
ਸਾਡੇ 'ਚ ਇੰਨਾ ਜ਼ੋਰ ਨਹੀਂ ਕਿ ਅਸੀਂ ਉਹਦੀ ਵਿਚਾਰ ਕਰ ਸਕੀਏ। ਸਾਡੇ ਵਿੱਚ ਇੰਨਾ ਜ਼ੋਰ ਨਹੀਂ ਕਿ ਸੁੱਤੇ ਹੋਏ ਮਨ ਨੂੰ ਜਗਾ ਕੇ ਸੁਰਤੀ ਲਿਆ ਸਕੀਏ। ਸੁਰਤ ਵਿੱਚ ਇਹ ਉਹਦਾ ਜ਼ੋਰ ਗੁਰਬਾਣੀ 'ਚੋਂ ਚੱਲਣਾ ਤਾਂ ਸਾਨੂੰ ਜਾਗ ਆਉਣੀ ਹੈ, ਗਿਆਨ ਸਾਡੇ ਅੰਦਰ ਆਉਣਾ ਤਾਂ ਉਹਦੀ ਵਿਚਾਰ ਹੋਣੀ ਹੈ। ਕਈ ਵਾਰ ਨਾ ਦੇਖੋ, ਫਿਰ ਮੈਂ ਬੇਨਤੀ ਕਰਾਂ, ਗੁਰੂ ਸਾਹਿਬ ਦੀ ਮੱਤ ਲੈ ਕੇ, ਇੱਥੇ ਨਹੀਂ ਕਿ ਆਪਣੀ ਮੱਤ, ਇੱਥੇ ਜ਼ੋਰ ਨਹੀਂ ਹੈ, ਇੱਥੇ ਤੇ ਬੈਠ ਗਿਆ ਆ ਕੇ ਜ਼ੋਰ ਅੱਗੋਂ ਉਹਦਾ ਚੱਲਣਾ ਹੈ। ਕਿਵੇਂ ਉਹਨੇ ਮੱਤ ਵਿੱਚ ਦਿਮਾਗ ਵਿੱਚ ਵਿਚਾਰ ਲਿਆਉਣੀ, ਕਿਵੇਂ ਜ਼ੁਬਾਨ ਤੋਂ ਬੁਲਾਉਣਾ, ਇਹ ਜ਼ੋਰ ਉਸ ਮਾਲਕ ਦਾ ਹੈ। ਕਈ ਵਾਰ ਅਸੀਂ ਇੱਥੇ ਹੰਕਾਰ ਦਾ ਪ੍ਰਗਟਾਵਾ, ਜਿਵੇਂ ਪਿਛਲੇ ਦਿਨੀ ਇੱਕ ਜ਼ਿਕਰ ਕੀਤਾ ਸੀ, ਕੁਝ ਕੇਸਿਸ ਇਸ ਤਰ੍ਹਾਂ ਦੇ ਆਉਂਦੇ ਨੇ ਕਿ ਜਿਵੇਂ ਇੱਕ ਨੌਜਵਾਨ ਲੜਕੀ, ਸਾਡੀ ਧੀ ਚਲੋ ਗੁਰੂ ਘਰ ਆਈ, ਮੁਬਾਰਕ ਹੈ, ਜ਼ਿਕਰ ਕੀਤਾ ਸੀ ਆਪ ਜੀ ਨਾਲ, ਗੱਲ ਜ਼ੋਰ ਦੀ ਹੈ ਕਿ ਉਹਨੂੰ ਆਖਿਆ ਵੀ ਆ ਜਿਹੜੀ ਤੂੰ ਪਾਰਕਿੰਗ ਦੇ ਵਿੱਚ ਗੱਡੀ ਲਾਈ ਹੈ ਇਹਨੂੰ ਇਦਾਂ ਨਹੀਂ ਇਦਾਂ ਲਾ ਦੇ। ਤੇ ਉਹਨੇ ਬਾਹਾਂ ਚੜਾ ਕੇ ਆਖਿਆ ਕਿਹਦੇ ਵਿੱਚ ਪਾਵਰ ਹੈ, ਆਓ ਮੇਰੇ ਸਾਹਮਣੇ, ਜਿਹੜਾ ਬੋਲਦਾ ਮੇਰੇ ਸਾਹਮਣੇ। ਉਹ ਆਪਣਾ ਜ਼ੋਰ ਦਿਖਾਉਣਾ ਚਾਹੁੰਦੀ ਸੀ ਕਿ ਮੈਂ, ਉਹ ਹੈ ਤਾਂ ਲੜਕੀ ਸੀ ਪਰ ਉਹਦੇ ਮੁਖ ਚੋਂ ਇੰਨੇ ਗੰਦਲੇ ਬੋਲ ਨਿਕਲ ਰਹੇ ਸਨ ਕਿ ਕੰਨ ਸੁਣਨ ਵਾਲਾ ਵੀ ਕੰਨ ਤੇ ਹੱਥ ਰੱਖ ਕੇ ਕਹਿੰਦਾ ਸੀ ਨੌਜਵਾਨ ਧੀ ਹੈ ਪਰ ਬੋਲਦੀ ਕਿਵੇਂ ਹੈ। ਜ਼ੋਰ ਆਪਣਾ ਦਿਖਾਉਣਾ ਚਾਹੁੰਦੀ ਆ। ਜਿੱਥੇ ਅਸੀਂ ਪ੍ਰਸ਼ਾਦ ਲੈਂਦੇ ਆ ਨਾ, ਜਿੱਥੇ ਅਸੀਂ ਕਹਿੰਦੇ ਆ ਵੀ ਚਲੋ 10 ਦਾ 20 ਦਾ 50 ਦਾ ਪ੍ਰਸ਼ਾਦ ਦੇ ਦਿਓ, ਤੇ ਜੇ ਉਹ ਕੋਈ ਸਾਹਮਣੇ ਵਾਲਾ 500 ਦਾ ਨੋਟ ਦੇ ਕੇ ਕਵੇ 10 ਰੁਪਏ ਦਾ ਪ੍ਰਸ਼ਾਦ ਦੇ ਦਿਓ, ਤੇ ਉਹ ਅੱਗੇ ਕਹਿਣ ਭਾਈ ਸਾਹਿਬ ਜੀ ਖੁੱਲੇ ਨਹੀਂ ਮੇਰੇ ਕੋਲ, ਮੈਂ 490 ਨਹੀਂ ਮੋੜ ਸਕਦਾ, ਮੇਰੇ ਕੋਲ ਇਸ ਵੇਲੇ ਨਹੀਂ। ਤੈਨੂੰ ਪਤਾ ਨਹੀਂ ਮੈਂ ਕੌਣ ਹਾਂ, ਤੈਨੂੰ ਪਤਾ ਨਹੀਂ ਮੈਂ ਕੌਣ ਹਾਂ, ਤੂੰ ਮੈਨੂੰ ਆ ਛੁੱਟੇ ਜਿਹੜੀ ਪਰਚੀਆਂ ਨਹੀਂ ਤੂੰ ਮੈਨੂੰ ਦੇ ਰਿਹਾ, ਤੂੰ ਮੈਨੂੰ ਜਾਣਦਾ ਨਹੀਂ ਹੈ। ਅਸੀਂ ਕੀ ਜ਼ੋਰ ਦਿਖਾਉਣਾ ਚਾਹੁੰਦੇ ਹਾਂ, ਕਿਹੜਾ ਜ਼ੋਰ ਅਸੀਂ ਗੁਰੂ ਘਰ ਵਿੱਚ ਆ ਕੇ ਦਿਖਾ ਕੇ ਦੱਸਣਾ ਚਾਹੁੰਦੇ ਹਾਂ। ਇੱਥੇ ਤਾਂ ਆਏ ਸੀ ਮਹਾਰਾਜ, ਅਸਾਂ ਜ਼ੋਰ ਨਹੀਂ ਜੇ ਕਿਛ ਕਰ ਹਮ ਸਕੇ। ਤੇ ਫਿਰ ਅਜੇ ਸਾਨੂੰ ਗੁਰੂਦੁਆਰੇ ਆਉਣਾ ਨਹੀਂ ਆਇਆ, ਅਜੇ ਸਾਨੂੰ ਗੁਰੂ ਚਰਨਾਂ ਵਿੱਚ ਮੱਥਾ ਤੇ ਟੇਕ ਲਿਆ ਪਰ ਗੁਰੂ ਦੀ ਗੱਲ ਮੰਨਣੀ ਕੋਈ ਨਹੀਂ ਆਈ। ਜਿਹਨੇ ਮੰਨ ਲਈ ਆ ਉਹ ਇੱਥੇ ਫਿਰ ਹੰਕਾਰ ਦੀ ਬੋਲੀ ਨਹੀਂ ਬੋਲਦਾ, ਉਹ ਉੱਚਾ ਨਹੀਂ ਬੋਲਦਾ, ਉਹ ਨਿਮਰਤਾ ਤੇ ਪਿਆਰ ਵਿੱਚ ਬੋਲਦਾ ਹੈ। ਉਹ ਬਾਬਾ ਬੁੱਧੂ ਸਾਹਿਬ ਨੂੰ ਕਹਿਣ ਲੱਗੇ, ਕਿਸੇ ਨੇ ਚਪੇੜ ਮਾਰਤੀ ਸੀ ਨਾ, ਤੇ ਹੱਥ ਜੋੜ ਕੇ ਕਹਿੰਦੇ ਸੀ ਭਰਾਵਾ ਕੋਈ ਗੱਲ ਨਹੀਂ। ਜਦੋਂ ਲੰਗਰ ਵਿੱਚ ਸੇਵਾ ਕਰਦੇ, ਇੱਕ ਪ੍ਰਸ਼ਾਦ ਤੰਦੂਰ ਸੀ, ਤੰਦੂਰ ਬਾਲਣਾ ਤੇ ਪ੍ਰਸ਼ਾਦੇ ਬਣਾਉਣੇ, ਇੱਕ ਨੂੰ ਸੇਕ ਜ਼ਿਆਦਾ ਲੱਗ ਗਿਆ, ਸਾਹਮਣੇ ਵਾਲੇ ਨੇ ਕ੍ਰੋਧ 'ਚ ਚਪੇੜ ਮਾਰਤੀ ਪਰ ਉਹਦਾ ਵਿਰੋਧ ਨਹੀਂ ਕੀਤਾ, ਹੱਥ ਜੋੜ ਕੇ ਕਹਿੰਦੇ ਠੀਕ ਹੈ ਭਰਾਵਾ ਮੇਰੇ 'ਚ ਕੋਈ ਗਲਤੀ ਹੋਏਗੀ ਇਸ ਕਰਕੇ ਆ ਤੂੰ ਚਪੇੜ ਮਾਰਤੀ। ਜਦੋਂ ਨਿਮਰਤਾ 'ਚ ਜਵਾਬ ਦਿੱਤਾ ਤੇ ਸਾਹਮਣੇ ਵਾਲੇ ਦੇ ਵੀ ਹੱਥ ਜੁੜ ਗਏ। ਸਾਨੂੰ ਤਾਂ ਸਿਖਾਇਆ ਸੀ ਫਰੀਦਾ ਬੁਰੇ ਦਾ, ਭਲਾ ਕਰ ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ ਪੱਲੇ ਸਭ ਕੁਛ ਪਾਏ। ਖੈਰ ਵਿਸ਼ੇ ਵਿੱਚ ਰਹੀਏ, ਇੱਥੇ ਕਹਿੰਦੇ ਨੇ ਇੰਨਾ ਵੀ ਜ਼ੋਰ ਨਹੀਂ ਹੈ ਕਿ ਸੁਰਤੀ ਗਿਆਨ ਵਿਚਾਰ, ਮੈਂ ਆਪਣੇ ਅੰਦਰ ਸੁਰਤੀ ਲਿਆ ਸਕਾਂ, ਗਿਆਨ ਵਿੱਚ ਆ ਸਕਾਂ, ਵਿਚਾਰ ਵਿੱਚ ਆ ਸਕਾਂ, ਇੰਨਾ ਵੀ ਜ਼ੋਰ ਨਹੀਂ ਹੈ। ਜੋਰ ਨਾ ਜੁਗਤੀ ਛੁਟੈ ਸੰਸਾਰ, ਇੰਨਾ ਵੀ ਮੇਰੇ ਵਿੱਚ ਜ਼ੋਰ ਨਹੀਂ ਹੈ ਮੇਰੇ ਮਾਲਕਾ ਕਿ ਮੈਂ ਆਪਣੀ ਜੁਗਤੀ ਨਾਲ ਇਸ ਜੰਮਣ ਮਰਨ ਆਵਾਗਮਨ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਜਿੰਨੇ ਚਿੰਤਾਵਾਂ ਨੇ ਇਹਨਾਂ ਸਾਰਿਆਂ ਤੋਂ ਛੁਟਕਾਰਾ ਪਾ ਸਕਾਂ, ਮੈਂ ਜੰਮਦੀ ਮਾਰ ਤੋਂ ਬਚ ਸਕਾਂ। ਮੇਰੇ ਵਿੱਚ ਇੰਨਾ ਜ਼ੋਰ ਨਹੀਂ ਹੈ, ਤੇਰੇ ਵਿੱਚ ਇੰਨੀ ਤਾਕਤ ਇੰਨੀ ਪਾਵਰ ਨਹੀਂ ਹੈ ਕਿ ਮੈਂ ਆਪਣੀ ਜੁਗਤੀ ਦੇ ਨਾਲ ਤਰੀਕੇ ਨਾਲ ਛੁਟਕਾਰਾ ਦੁੱਖਾਂ ਤੋਂ ਪਾ ਸਕਾਂ, ਆਵਾਗਮਨ ਤੋਂ ਪਾ ਸਕਾਂ। ਜੇ ਜ਼ੋਰ ਹੁੰਦਾ ਤੇ ਫਿਰ ਇੱਥੇ ਆ ਕੇ ਕਿਉਂ ਕਹਿਣਾ ਸੀ, ਆਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ। ਕਿਉਂ ਕਹਿਣਾ ਸੀ, ਜੇ ਜ਼ੋਰ ਹੁੰਦਾ ਫਿਰ ਦੁੱਖ ਗਵਾ ਲੈਂਦੇ, ਦੂਰ ਕਰ ਲੈਂਦੇ, ਨਹੀਂ ਹੋਣਾ। ਇੱਥੇ ਆ ਕੇ ਹੱਥ ਜੋੜ ਕੇ ਇਹ ਕਹਿਣਾ ਪਏਗਾ ਵੀ ਸਾਡੇ ਵਿੱਚ ਜ਼ੋਰ ਨਹੀਂ, ਕੋਈ ਜੁਗਤੀ ਨਹੀਂ ਸਾਡੇ ਕੋਲ ਜਿਹਦੀ ਤਾਕਤ ਨਾਲ ਅਸੀਂ ਸੰਸਾਰ ਤੋਂ ਵਿਕਾਰਾਂ ਦੁੱਖਾਂ ਤੋਂ ਛੁਟਕਾਰਾ ਪਾ ਸਕੀਏ। ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਇਸ ਲਈ ਦੁਨੀਆ ਦੇ ਲੋਕੋ, ਜਿਹਦੇ ਹੱਥ ਵਿੱਚ ਸਾਰੀ ਪਾਵਰ ਹੈ, ਤਾਕਤ ਹੈ, ਉਹਨੇ ਸਾਰੀ ਸ੍ਰਿਸ਼ਟੀ ਰਚੀ ਹੈ, ਤੁਹਾਨੂੰ ਸਾਨੂੰ ਸਾਰਿਆਂ ਨੂੰ ਬਣਾ ਕੇ ਉਹ ਵੇਖ ਰਿਹਾ ਕਿ ਜਿਹਨੂੰ ਮੈਂ ਬਣਾਇਆ ਉਹ ਕਿੰਨਾ ਕੁ ਮੇਰੇ ਭੈ ਵਿੱਚ ਚੱਲਦਾ ਹੈ, ਉਹ ਕਿੰਨਾ ਕੁ ਮੇਰੀ ਰਜ਼ਾ ਵਿੱਚ ਚੱਲਦਾ ਹੈ।
ਜਿਹਦੇ ਹੱਥ ਵਿੱਚ ਤਾਕਤ ਹੈ ਉਹ ਦੇਖ ਰਿਹਾ ਹੈ ਸਾਰਿਆਂ ਨੂੰ, ਉਹ ਵੇਖ ਰਿਹਾ ਹੈ ਤੇ ਉਹਨੇ ਇੱਕ ਦਿਨ ਤੁਹਾਡੇ ਕੋਲੋਂ ਲੇਖਾ ਵੀ ਮੰਗਣਾ ਹੈ ਕਿ ਮੈਂ ਤੈਨੂੰ ਜ਼ੋਰ ਇਸ ਲਈ ਦਿੱਤਾ ਸੀ, ਮੈਂ ਤੈਨੂੰ ਤਾਕਤ ਇਸ ਲਈ ਦਿੱਤੀ ਸੀ ਕਿ ਤੂੰ ਆਪਣੀ ਤਾਕਤ ਦੁਨੀਆ ਨੂੰ ਦਿਖਾ ਕੇ ਉਹਨਾਂ ਤੇ ਜ਼ੋਰ ਚਲਾ ਕੇ ਉਹਨਾਂ ਨੂੰ ਦਬਾਉਂਦਾ ਰਹੇ, ਪਾਪ ਕਰਦਾ ਰਹੇ, ਜ਼ੁਲਮ ਕਰਦਾ ਰਹੇ। ਅਸੀਂ ਤੇ ਰੱਬ ਦੇ ਨਾਂ ਤੇ ਕਿੰਨੀਆਂ ਬਲੀਆਂ ਬੇਜ਼ੁਬਾਨਾਂ ਦੀਆਂ ਚਾੜਦੇ ਹਾਂ, ਉਹ ਜ਼ੋਰ ਹੀ ਦਿਖਾ ਰਹੇ ਹਾਂ। ਧਰਮ ਦੇ ਅਸਥਾਨਾਂ ਤੇ ਬਲੀਆਂ ਚਾੜ ਚਾੜ ਕੇ ਅਸੀਂ ਜ਼ੋਰ ਦਿਖਾਉਂਦੇ ਹਾਂ। ਇੱਦਾਂ ਨਹੀਂ ਰੱਬ ਖੁਸ਼ ਹੁੰਦਾ ਤੇ ਨਾ ਉਹਨੇ ਹੋਣਾ। ਇਸ ਲਈ ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਸ ਹੱਥ ਜ਼ੋਰ ਕਰ ਵੇਖੈ ਸੋਈ, ਕਰਕੇ ਉਹ ਵੇਖ ਰਿਹਾ ਵੀ ਆ ਜਿੰਨਾ ਜ਼ੋਰ ਇਹਨਾਂ ਨੂੰ ਮੈਂ ਦਿੱਤਾ ਇਹ ਕਿੰਨਾ ਕੁ ਮੇਰਾ ਸ਼ੁਕਰਾਨਾ ਕਰਦੇ ਨੇ, ਕਿੰਨਾ ਭੈ ਵਿੱਚ ਚੱਲਦੇ ਨੇ। ਇਸ ਲਈ ਸਾਰੀ ਪਾਵਰ ਉਸ ਮਾਲਕ ਦੇ ਹੱਥ ਵਿੱਚ ਹੈ। ਨਾਨਕ ਉੱਤਮ ਨੀਚ ਨਾ ਕੋਏ। ਇਸ ਲਈ ਸਾਹਿਬ ਜੀ ਕਹਿੰਦੇ ਕੋਈ ਉੱਤਮ ਤੇ ਕੋਈ ਨੀਚ ਨੂੰ ਥੋੜਾ ਧਿਆਨ ਲਾ ਕੇ ਸਮਝ ਲੈਣਾ। ਨੀਚ ਦਾ ਚੱਚਾ ਅੱਖਰ ਉਹਨੂੰ ਔਂਕੜ ਲੱਗੀ ਹੈ ਤੇ ਇੱਕ ਪੰਕਤੀ ਤੁਸੀਂ ਪੜ੍ਹ ਕੇ ਆਇਓ, ਨਾਨਕ ਨੀਚ ਕਹੈ ਵਿਚਾਰ, ਉੱਥੇ ਵੀ ਔਂਕੜ ਲੱਗੀ ਹੋਈ ਹੈ। ਅਰਥ ਸੇਮ ਨੇ, ਕੋਈ ਦੁਨੀਆ 'ਚ ਵੱਡਾ ਤੇ ਕੋਈ ਦੁਨੀਆ 'ਚ ਛੋਟਾ ਨਹੀਂ, ਕੋਈ ਅਮੀਰ ਨਹੀਂ, ਕੋਈ ਗਰੀਬ ਨਹੀਂ ਹੈ। ਇਹ ਸਾਰੇ ਉਸ ਅਕਾਲ ਪੁਰਖ ਦੇ ਭੇਜੇ ਹੋਏ ਜੀਵ ਨੇ। ਐਵੇਂ ਆਪਣਾ ਜ਼ੋਰ ਦੁਨੀਆ ਨੂੰ ਦਿਖਾ ਕੇ ਇਹ ਨਾ ਕਹਿ ਵੀ ਮੈਂ ਉੱਤਮ ਆ ਤੇ ਤੂੰ ਨੀਚ ਹੈ, ਮੈਂ ਅਮੀਰ ਆ ਤੇ ਤੂੰ ਗਰੀਬ ਹੈ, ਮੈਂ ਪਾਵਰ ਵਾਲਾ ਤੇ ਤੂੰ ਮੇਰੇ ਸਾਹਮਣੇ ਕੁਛ ਵੀ ਨਹੀਂ। ਇਸ ਤਰ੍ਹਾਂ ਦੇ ਹੰਕਾਰ ਦੀਆਂ ਬੋਲੀਆਂ ਛੱਡੀਏ, ਜ਼ੋਰ ਦਿਖਾਉਣਾ ਛੱਡੀਏ, ਉਹਦੇ ਭੈ ਵਿੱਚ ਚੱਲੀਏ, ਜ਼ੁਲਮ ਨਾ ਕਰੀਏ, ਭਲਾ ਕਰੀਏ ਜਿੰਨਾ ਹੋ ਸਕਦਾ ਹੈ। ਉਸ ਮਾਲਕ ਨੇ ਸਾਨੂੰ ਦੁੱਗਣਾ ਚੁਗਣਾ ਹੋਰ ਬਲ ਦੇ ਦੇਣਾ ਹੈ ਤੇ ਜੇ ਜ਼ੁਲਮ ਕਰਾਂਗੇ ਜਿਹੜਾ ਹੈ ਉਹ ਵੀ ਖਿੱਚ ਲੈਣਾ ਉਹਨੇ। ਇਸ ਲਈ ਉਹਦੇ ਭੈ ਵਿੱਚ, ਹੁਕਮ ਵਿੱਚ ਚੱਲੀਏ। ਇੱਥੇ ਵੀ ਆਪਾਂ ਆਪਣਾ ਜ਼ੋਰ ਦਿਖਾਉਣ ਨਹੀਂ, ਸਗੋਂ ਉਸ ਮਾਲਕ ਕੋਲੋਂ ਜ਼ੋਰ ਬਲ ਲੈਣ ਲਈ ਆਏ ਹਾਂ। ਮਾਲਕ ਜੀ ਤੁਹਾਡੇ ਦਰ ਤੇ ਆਏ ਹਾਂ, ਇੱਥੇ ਅਸੀਂ ਹੰਕਾਰੀ ਨਹੀਂ, ਅਸੀਂ ਗੋਲੇ ਬਣਨ ਲਈ ਆਏ ਹਾਂ। ਸਾਡੇ ਤੇ ਇੱਕ ਮਿਹਰ ਦਾ ਹੱਥ ਰੱਖ ਦਿਓ, ਆਪਣੇ ਦਰ ਦਾ ਸੇਵਕ ਗੋਲਾ ਬਣਾਇਓ ਤਾਂ ਕਿ ਕੋਈ ਕਿਸੇ ਪ੍ਰਕਾਰ ਦਾ ਮਾਣ ਹੰਕਾਰ ਨਾ ਤੁਹਾਡਾ ਇਹ ਦਾਸ ਕਰ ਸਕੇ। ਇਹੀ ਬੇਨਤੀ ਕਰਨੀ। ਜੇ ਅੱਜ ਦੀ ਵਿਚਾਰ ਸਾਨੂੰ ਸਮਝ ਵਿੱਚ ਆ ਗਈ ਹੈ ਕਿ ਇਹ ਵਿਸ਼ਾ ਗੁਰਮੁਖਾਂ ਦਾ ਹੈ ਜਿੱਥੇ ਉਹਨਾਂ ਨੂੰ ਸਮਝ ਆਉਂਦੀ ਹੈ, ਆਪਾਂ ਵੀ ਇਸ ਅਵਸਥਾ ਦੇ ਮਾਲਕ ਬਣਨਾ ਹੈ। ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ। ਤੁਮ ਹੀ ਸੱਜਣ ਸੁਹੇਲੇ, ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਣ ਹਾਰ ਦਇਆਲਾ, ਰਾਖੋ ਰਾਖਣ ਹਾਰ ਦਇਆਲਾ। ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਅਸੀਂ ਇਸ ਘਰ ਦੇ ਗੋਲੇ ਬਣ ਕੇ ਉਸ ਮਾਲਕ ਦੇ ਭੈ ਵਿੱਚ ਚੱਲਦਿਆਂ ਹੋਇਆਂ ਅਰਦਾਸ ਕਰਦਿਆਂ ਅਸਾਂ ਜੋਰ ਨਾਹੀਂ, ਜੇ ਕਿਛ ਕਰ ਹਮ ਸਾਕੈ ਜਿਉ ਭਾਵੈ ਤਿਵੇਂ ਬਖਸ਼ ਕਰ। ਲੋਕ ਸੁਖੀਏ ਔਰ ਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ ਵਾਲਾ ਜੀਵਨ ਬਣੇਗਾ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਜੀ ਬਖਸ਼ ਦੇਣ। ਅੱਗੇ ਤੋਂ ਮਿਹਰ ਦਾ ਹੱਥ ਰੱਖ ਕੇ ਆਪ ਵਿਚਾਰ ਕਰਵਾਉਣ। ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ, ਬਾਣੀ ਬਾਣੀ ਨਾਲ ਜੋੜਨ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾ ਲਈਏ ਜੀ। ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ।
ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।